परम सत्कारयोग उपस्थित साध संगत जी, सब अपनी अपनी रसना नूं पवित्र करिए। सब गज के आखो धन श्री सतगुरु हरि सिंह जी। नामधारी हिरदे सम्राट सतगुरु नूं याद करिए। सब गज के आखो धन श्री सतगुरु जगजीत सिंह जी। हाजरा हजूर सतगुरु नूं याद करो। सब गज के आखो धन श्री सतगुरु उदय सिंह जी। साध संगत जी, आप जी श्री सतगुरु हरि सिंह का इतिहास ਸਰਵਣ ਕਰ ਰਹੇ ਸੀ। ਸੱਚ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਆਇਆ, ਸੌਣ ਸਿੰਘ। ਸੌਣ ਸਿੰਘ ਆ ਕੇ ਅਰਜ਼ ਕਰਦਾ ਹੈ, ਕਹਿਣ ਲੱਗਾ, ਪਾਤਸ਼ਾਹ ਮੈਂ ਰਾਤ ਸੌਣ ਲੱਗੇ ਨੇ ਅਰਦਾਸ ਕੀਤੀ ਕਿ ਮੈਨੂੰ ਸਤਿਗੁਰੂ ਜੀ ਦਾ ਦਰਸ਼ਨ ਹੋਵੇ। ਕਹਿੰਦਾ ਮੈਂ ਇਹ ਅਰਦਾਸ ਕਰਕੇ ਸੌਂ ਗਿਆ। ਮੈਨੂੰ ਰਾਤ ਸੁਪਨੇ ਵਿੱਚ ਹਰਨਾਮ ਸਿੰਘ ਉੱਬੇਵਾਲੇ ਦਾ ਦਰਸ਼ਨ ਹੋਇਆ। ਕਹਿੰਦਾ ਮੈਂ ਦੂਸਰੇ ਦਿਨ ਫਿਰ ਅਰਦਾਸ ਕਰਕੇ ਸੁੱਤਾ ਕਿ ਮੈਨੂੰ ਸਤਿਗੁਰ ਦੇ ਸਿੱਖਾਂ ਦਾ ਨਹੀਂ, ਸਤਿਗੁਰ ਦਾ ਦਰਸ਼ਨ ਹੋਵੇ। ਕਹਿੰਦਾ ਜੀ ਦੂਸਰੇ ਦਿਨ ਫਿਰ ਮੈਨੂੰ ਸਿੱਖ ਦਾ ਦਰਸ਼ਨ ਹੋਇਆ। ਕਹਿੰਦਾ ਮੈਂ ਤੀਸਰੇ ਦਿਨ ਫਿਰ ਅਰਦਾਸ ਕਰਕੇ ਸੁੱਤਾ ਕਿ ਮੈਨੂੰ ਆਪ ਜੀ ਦੇ ਨਿੱਜ ਸਰੂਪ ਦਾ ਦਰਸ਼ਨ ਹੋਵੇ। ਉਹ ਕਹਿਣ ਲੱਗਾ, ਜੀ ਫਿਰ ਉਸ ਰਾਤ ਸੁਪਨੇ ਵਿੱਚ ਮੈਨੂੰ ਤੁਹਾਡਾ ਦਰਸ਼ਨ ਹੋਇਆ, ਸਤਿਗੁਰੂ ਹਰੀ ਸਿੰਘ ਜੀ ਦਾ। ਕਹਿੰਦਾ ਮੈਂ ਚੌਥੇ ਦਿਨ ਫਿਰ ਅਰਦਾਸ ਕਰਕੇ ਸੁੱਤਾ ਕਿ ਮੈਨੂੰ ਲੰਮੀ ਗਰਦਨ ਵਾਲੇ ਗੁਰੂ ਜੀ ਦਾ ਦਰਸ਼ਨ ਹੋਵੇ। ਕਹਿੰਦਾ ਰਾਤ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਹੋਇਆ। ਕਹਿੰਦਾ ਮੈਂ ਅਗਲੇ ਦਿਨ ਫਿਰ ਅਰਦਾਸ ਕੀਤੀ ਕਿ ਮੈਨੂੰ ਉਸ ਮੂਰਤੀ ਦਾ ਦਰਸ਼ਨ ਹੋਵੇ ਜਿਸ ਮੂਰਤ ਦੇ ਮੈਂ ਦਰਸ਼ਨ ਕੀਤੇ ਨੇ। ਮੈਂ ਸਾਰੇ ਸਰੂਪ ਆਪ ਜੀ ਦੇ ਨੇ, ਸਾਰੇ ਸਰੂਪ ਆਪ ਜੀ ਦੇ ਨੇ, ਪਰ ਜਿਸ ਸਰੂਪ ਦਾ ਮੈਂ ਦਰਸ਼ਨ ਕੀਤਾ ਭਾਵ ਸਤਿਗੁਰੂ ਰਾਮ ਸਿੰਘ ਜੀ ਤੋਂ ਸੀ ਉਹਦਾ। ਉਹ ਕਹਿੰਦਾ ਜੀ ਮੈਂ ਉਸ ਦਿਨ ਅਰਦਾਸ ਕਰਕੇ ਸੁੱਤਾ ਅਤੇ ਫਿਰ ਮੈਨੂੰ ਰਾਤ ਸੁਪਨੇ ਵਿੱਚ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੋਇਆ। ਪੰਜਵੇਂ ਦਿਨ ਜਾ ਕੇ ਸਿੱਖਾਂ ਦਾ ਜਦੋਂ ਮਨ ਸੱਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਜਾਂਦਾ ਸੀ, ਉਹ ਆਪਣੇ ਕੰਮ ਕਾਜ ਸਭ ਕੁਝ ਛੱਡ ਜਾਂਦੇ ਸੀ, ਸਾਰਾ ਕੁਝ ਭੁੱਲ ਜਾਂਦੇ ਸੀ, ਸਤਿਗੁਰ ਅੱਗੇ ਸਮਰਪਿਤ ਹੋ ਜਾਂਦੇ ਸਨ। ਸਾਧ ਸੰਗਤ ਜੀ, ਮੈਂ ਅਰਜ਼ ਕੀਤੀ ਸੀ ਕਿ ਉਹ ਸਮਾਂ ਐਸਾ ਸੀ ਜਿਹਦੇ ਵਿੱਚ ਪਲੇਗ ਪਈ ਹੋਈ ਸੀ, ਬਿਮਾਰੀਆਂ ਫੈਲੀਆਂ ਹੋਈਆਂ ਸਨ। ਸੱਚ ਪਾਤਸ਼ਾਹ ਜੀ ਦੇ ਕੋਲ ਮੋੜੀ ਪਿੰਡ ਤੋਂ ਲੋਕ ਆਏ। ਉਹਨਾਂ ਨੇ ਆਣ ਕੇ ਅਰਜ਼ ਕੀਤੀ ਕਿ ਭੈਣੀ ਸਾਹਿਬੋਂ ਸਾਨੂੰ ਪਾਠੀ ਭੇਜੋ ਅਤੇ ਪਾਠ ਕਰਨ ਸਾਡੇ ਪਿੰਡ ਵਿੱਚ ਆਣ ਕੇ, ਬਹੁਤ ਬਿਮਾਰੀ ਫੈਲੀ ਹੋਈ ਹੈ। ਸਤਿਗੁਰੂ ਹਰੀ ਸਿੰਘ ਜੀ ਪਾਠੀ ਭੇਜੇ। ਜਦੋਂ ਪਾਠੀ ਭੇਜੇ ਤਾਂ ਉਹਨਾਂ ਨੇ ਪਿੰਡ ਦੇ ਬਾਹਰ ਦਰਵਾਜ਼ੇ ਕੋਲ ਹੀ ਪਾਠ ਸ਼ੁਰੂ ਕਰ ਦਿੱਤਾ। ਪਾਠ ਸ਼ੁਰੂ ਕਰ ਦਿੱਤਾ। ਜਿਹੜਾ ਉਸ ਪਿੰਡ ਦਾ ਮਾਹੌਲ ਸੀ ਬਿਮਾਰੀ ਪਲੇਗ ਪੈਣ ਕਰਕੇ, ਉਹ ਇਸ ਤਰ੍ਹਾਂ ਦਾ ਸੀ ਕਿ ਲੋਕ ਜਿਹੜੇ ਸਨ ਉਹ ਘਰਾਂ ਵਿੱਚ ਡਰ ਕੇ ਵੜੇ ਹੋਏ ਸਨ, ਗਲੀਆਂ ਸੁੰਜੀਆਂ ਹੋਈਆਂ ਸਨ, ਅਤੇ ਲੋਕ ਜਦੋਂ ਮਰ ਜਾਂਦੇ ਸਨ ਉਹਨਾਂ ਦੀ ਮੁਸ਼ਕ ਆਉਂਦੀ ਸੀ, ਕੋਈ ਸੰਭਾਲਦਾ ਨਹੀਂ ਸੀ ਉਹਨਾਂ ਨੂੰ। ਪਾਠੀਆਂ ਨੇ ਪ੍ਰਸ਼ਾਦ ਨਹੀਂ ਛਕਿਆ, ਭਾਵ ਉੱਥੇ ਪ੍ਰਸ਼ਾਦਾ ਨਹੀਂ ਛਕਿਆ। ਤੇਜ਼ੀ ਨਾਲ ਹੀ ਪਾਠ ਕੀਤਾ, ਭੁੱਖਿਆਂ ਹੀ ਉਹਨਾਂ ਨੇ, ਕਿ ਪਿੰਡ ਵਿੱਚ ਤਾਂ ਸਾਰੇ ਵਿੱਚ ਹੀ ਬਿਮਾਰੀ ਫੈਲੀ ਹੋਈ ਹੈ। ਕਈ ਬਿਮਾਰ ਪਏ ਹੋਏ ਸਨ, ਕਈ ਚਿਖਾ ਦੇ ਉੱਤੇ ਲੰਮੇ ਪਾਏ ਹੋਏ ਸਨ। ਲੱਕੜ ਜਿਹੜੀ ਸੀ ਉਹ ਮੁੱਕ ਗਈ ਸੀ ਉਸ ਪਿੰਡ ਵਿੱਚ ਸੰਸਕਾਰ ਕਰਨ ਲਈ। ਲਾਸ਼ਾਂ ਨੂੰ ਕੁੱਤੇ ਧੂੰਦੇ ਹੋਏ ਸਨ, ਲੱਕੜ ਨਹੀਂ ਸੀ ਲੱਭਦੀ ਪਈ। ਇੱਕ ਆਦਮੀ ਨੇ ਆਣ ਕੇ ਆਖਿਆ ਕਿ ਮੇਰੇ ਘਰ ਦੇ 9 ਸਰੀਰ ਚੜ੍ਹਾਈ ਕਰ ਗਏ ਨੇ, ਇੱਕ ਮੇਰਾ ਮੁੰਡਾ ਰਹਿ ਗਿਆ, ਜੇ ਉਹ ਬਚ ਜਾਏਗਾ ਤਾਂ ਮੈਂ ਆਪਣਾ ਘਰ ਜਿਹੜਾ ਆ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕ ਦੇਵਾਂਗਾ, ਭਾਵ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਕਿਰਪਾ ਹੋਵੇ। ਅਤੇ ਇਹ ਸਿੰਘ ਜਿਹੜੇ ਆਏ ਨੇ ਪਾਠ ਕਰਨ, ਇਹਨਾਂ ਦੇ ਪਾਠ ਕਰਨ ਨਾਲ ਮੇਰੇ ਘਰ ਦੇ ਵਿੱਚ
ਪੁੱਤਰ ਬਚ ਜਾਵੇ, ਪਿੰਡ ਦੇ ਵਿੱਚ ਲੋਕ ਮਰਨੇ ਬੰਦ ਹੋ ਜਾਣ। ਸਾਧ ਸੰਗਤ ਜੀ, ਉਹ ਸਿੱਖਾਂ ਨੇ ਜਦੋਂ ਪਾਠ ਕੀਤਾ, ਪਾਠ ਕਰਕੇ ਭੈਣੀ ਸਾਹਿਬ ਆਏ ਅਤੇ ਉਸ ਪਿੰਡ ਵਿੱਚ ਆਰਾਮ ਹੋਇਆ। ਉਸ ਤੋਂ ਬਾਅਦ ਉਹ ਪਿੰਡ ਦਾ ਕੋਈ ਵੀ ਨਹੀਂ ਮਰਿਆ। ਉਹ ਜਿਹੜੇ ਸਨ ਉਹ ਠੀਕ ਹੋਣੇ ਸ਼ੁਰੂ ਹੋ ਗਏ। ਸਾਧ ਸੰਗਤ ਜੀ, ਆਪਾਂ ਵੀ ਅੱਜ ਉਸੇ ਤਰ੍ਹਾਂ ਦੀ ਬਿਮਾਰੀ ਦੇ ਵਿੱਚੋਂ ਲੰਘ ਰਹੇ ਹਾਂ। ਕਰੋਨਾ ਵਾਇਰਸ ਕੋਵਿਡ-19 ਦੇ ਵਿੱਚੋਂ ਲੰਘ ਰਹੇ ਹਾਂ। ਇਹ ਇੱਕ ਭਿਆਨਕ ਸਮਾਂ ਹੈ। ਮੈਂ ਜਦੋਂ ਇਹ ਕਥਾ ਪੜ੍ਹੀ ਸਤਿਗੁਰੂ ਬਿਲਾਸ ਵਿੱਚ ਕਿ ਉਹ ਕਿਸ ਤਰ੍ਹਾਂ ਦਾ ਦ੍ਰਿਸ਼ ਹੋਵੇਗਾ, ਜਿਹੜਾ ਅਸੀਂ ਅੱਜ ਕੱਲ੍ਹ ਵੀ ਇਸ ਤਰ੍ਹਾਂ ਦਾ ਦ੍ਰਿਸ਼ ਵੇਖਣ ਨੂੰ ਮਿਲ ਜਾਂਦਾ ਹੈ। ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਨਿਊਯਾਰਕ ਸਿਟੀ ਵਿੱਚ ਮੌਤਾਂ ਹੋਈਆਂ ਨੇ। ਇੱਥੋਂ ਦਾ ਇਹ ਹਾਲ ਸੀ। ਇੱਥੇ ਸਾਊਥ ਅਮਰੀਕਾ ਵਿੱਚ ਐਕਵਾਡੋਰ ਸੀ। ਐਕਵਾਡੋਰ ਦੇ ਵਿੱਚ ਇਸ ਤਰ੍ਹਾਂ ਲੋਕ ਮਰ ਗਏ ਰਾਤੋਂ ਰਾਤ। ਇੰਨੇ ਲੋਕ ਮਰੇ ਕਿ ਲੋਕਾਂ ਨੇ ਗੌਰਮੈਂਟ ਨੂੰ ਨਹੀਂ ਦੱਸਿਆ। ਲਾਸ਼ਾਂ ਨੂੰ ਪਾ ਕੇ ਬੈਗਾਂ ਦੇ ਵਿੱਚ ਲਾਸ਼ਾਂ ਨੂੰ ਪਾ ਕੇ ਉਹਨਾਂ ਨੇ ਸੁੱਟਣੀਆਂ, ਬਾਹਰ ਸੜਕਾਂ 'ਤੇ ਸੁੱਟ ਦਿੱਤੀਆਂ। ਇਹ ਅੱਜ ਕੱਲ੍ਹ ਦਾ ਸਮਾਂ ਹੈ ਐਕਵਾਡੋਰ ਵਿੱਚ। ਨਿਊਯਾਰਕ ਸਿਟੀ ਦਾ ਅਸੀਂ ਹਿਸਾਬ ਵੇਖੀਏ ਸਾਧ ਸੰਗਤ ਜੀ, ਉਹਦੇ ਵਿੱਚ ਹੌਸਪੀਟਲਾਂ ਦੇ ਬਾਹਰ ਕੰਟੇਨਰ ਲੱਗੇ ਹੋਏ ਸਨ। ਲੋਕ ਸੜਕਾਂ 'ਤੇ ਲਾਸ਼ਾਂ ਨੂੰ ਸੁੱਟ ਕੇ ਭੱਜੀ ਜਾਂਦੇ ਸਨ। ਲਾਸ਼ਾਂ ਜਿਹੜੀਆਂ ਸਨ ਉਹ ਸਾਂਭੀਆਂ ਨਹੀਂ ਜਾ ਰਹੀਆਂ। ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਤੇਰੇ ਟਰੱਕ ਚੱਲਦੇ ਨੇ। ਮੈਂ ਕਿਹਾ ਜੀ ਮੇਰੇ ਚੱਲਦੇ ਨੇ ਟਰੱਕ। ਕਹਿੰਦਾ ਖਲੋਤੇ ਨੇ ਕਿ ਬੰਦ ਨੇ? ਮੈਂ ਕਿਹਾ ਜੀ ਖਿਲਾਰੇ ਹੋਏ ਨੇ, ਚੱਲ ਨਹੀਂ ਰਹੇ। ਉਹਨੇ ਕਿਹਾ ਕਿ ਫੀਮਾ ਗੌਰਮੈਂਟ ਦੀ ਕੰਪਨੀ ਹੈ, ਗੌਰਮੈਂਟ ਡਿਪਾਰਟਮੈਂਟ ਆ, ਉਹ ਟਰਾਲੇ ਮੰਗਦੀ ਏ, ਉਹ ਟਰੱਕਿੰਗ ਕੰਪਨੀ ਮੰਗਦੀ ਹੈ ਕਿ ਕੋਈ ਆਹ ਲਾਸ਼ਾਂ ਦੇ ਲੋਡ ਲੈ ਕੇ ਜਾਵੇ। ਕਹਿੰਦਾ ਉਹ 10 ਗੁਣਾ ਵੱਧ ਪੈਸੇ ਦੇਣ ਨੂੰ ਤਿਆਰ ਨੇ, ਤੂੰ ਵੀ ਅਪਲਾਈ ਕਰ ਅਤੇ ਇਹ ਕੰਮ ਕਰ ਲੈ। ਮੈਂ ਕਿਹਾ ਵੀ ਨਹੀਂ ਖੈਰ। ਪਰ ਸਾਧ ਸੰਗਤ ਜੀ, ਇਹ ਉਹ ਸਮਾਂ ਹੈ ਜਿਹੜਾ ਅਸੀਂ ਵੇਖਿਆ ਆ, ਹੁਣ ਚੱਲ ਰਿਹਾ ਆ ਸਮਾਂ। ਸੱਚ ਪਾਤਸ਼ਾਹ ਜੀ ਬਹੁਤ ਬਖਸ਼ਿਸ਼ ਕੀਤੀ ਕਿ ਸਾਨੂੰ ਇਸ ਭਿਆਨਕ ਸਮੇਂ ਦੇ ਵਿੱਚ ਵੀ ਬਚਾ ਕੇ ਰੱਖਿਆ ਹੋਇਆ ਹੈ। ਇੱਥੇ ਬਰੁਕਲਿਨ ਵਿੱਚ ਇੱਕ ਦਿਨ ਕਿਸੇ ਨੇ ਕੰਪਲੇਂਟ ਕੀਤੀ ਸੀ ਗੌਰਮੈਂਟ ਨੂੰ ਕਿ ਫੂਨਰਲ ਹੋਮ ਦੇ ਬਾਹਰ ਲਾਸ਼ਾਂ ਇਸ ਤਰ੍ਹਾਂ ਪਈਆਂ ਨੇ, ਲੋਕੀ ਲੰਘਦੇ ਨੇ, ਉਹਨਾਂ ਦੇ ਅੰਦਰ ਜਗ੍ਹਾ ਨਹੀਂ ਹੈਗੀ, ਉਹਨਾਂ ਨੇ ਬਾਹਰ ਰੱਖੀਆਂ ਹੋਈਆਂ ਨੇ। ਇਹ ਖਬਰਾਂ ਪੜ੍ਹ ਕੇ, ਫੋਟੋਆਂ ਵੇਖ ਕੇ, ਦ੍ਰਿਸ਼ ਵੇਖ ਕੇ ਮਨ ਡਰਦਾ ਆ। ਪਰ ਸਤਿਗੁਰੂ ਉਦੇ ਸਿੰਘ ਜੀ ਐਸੀ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਜੀ। ਉਦਣ ਬਚਨ ਸੁਣ ਰਹੇ ਸੀ ਸੇਵਕ ਸਤਨਾਮ ਸਿੰਘ ਜੀ ਪਾਸੋਂ। ਉਹਨਾਂ ਨੇ ਦੱਸਿਆ ਵੀ ਜਦੋਂ ਮੈਨੂੰ ਲੱਗਦਾ 23 ਮਾਰਚ ਨੂੰ ਜਾਂ 22 ਮਾਰਚ ਨੂੰ ਸਤਿਗੁਰੂ ਉਦੇ ਸਿੰਘ ਜੀ ਭੈਣੀ ਸਾਹਿਬ ਤੋਂ ਬੰਗਲੌਰ ਗਏ ਸਨ। 24 ਨੂੰ ਸ਼ਾਇਦ ਫਲਾਈਟਾਂ ਬੰਦ ਹੋ ਗਈਆਂ ਸੀ। ਸੱਚ ਪਾਤਸ਼ਾਹ ਜੀ ਇੱਕ ਦਿਨ ਪਹਿਲਾਂ ਗਏ ਸਨ। ਉਹਨਾਂ ਨੇ ਬਚਨ ਸੁਣਾਇਆ ਕਿ ਸਤਿਗੁਰੂ ਉਦੇ ਸਿੰਘ ਜੀ ਬਚਨ ਕੀਤਾ ਸੀ, ਮੈਂ ਇਸ ਭਿਆਨਕ ਸਮੇਂ ਵਿੱਚ ਇੱਕ ਵੀ ਨਾਮਧਾਰੀ ਦਾ ਨੁਕਸਾਨ ਨਹੀਂ ਹੋਣ ਦੇਣਾ, ਕਿਸੇ ਨੂੰ ਚੜ੍ਹਾਈ ਨਹੀਂ ਕਰਨ ਦੇਣਾ। ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਬੜਿਆਂ ਨੂੰ ਪੋਜ਼ੀਟਿਵ ਆਏ। ਮੈਂ ਤਾਂ ਖਬਰ ਪੜ੍ਹ ਕੇ ਆਪਣੀ ਡਾਕਟਰੀ ਕਰਾਈ, ਮਹੀਨੇ ਬਾਅਦ ਮੈਨੂੰ ਉੱਧਰ ਪਤਾ ਲੱਗਾ ਕਿ ਮੈਂ ਵੀ ਪੋਜ਼ੀਟਿਵ ਸੀ। ਮੇਰੇ ਪਿਤਾ ਜੀ, ਮੇਰੇ ਬੀਜੀ, ਮੇਰੀ ਸਿੰਘਣੀ, ਘਰ 'ਚ ਅਸੀਂ ਸਾਰੇ ਹੀ ਪੋਜ਼ੀਟਿਵ ਸੀ। ਬੱਚਿਆਂ 'ਤੇ ਕਿਰਪਾ ਰਹੀ, ਕੋਈ ਬੱਚਾ ਬਿਮਾਰ ਨਹੀਂ ਹੋਇਆ। ਪਰ ਸੱਚ ਪਾਤਸ਼ਾਹ ਜੀ ਕਿਰਪਾ ਕੀਤੀ, ਪਿਤਾ ਜੀ ਜ਼ਿਆਦਾ ਢਿੱਲੇ ਹੋ ਗਏ। ਮੈਂ ਰਾਤ ਨੂੰ ਮੈਸੇਜ ਕੀਤਾ, ਉਸੇ ਵੇਲੇ ਸੱਚਪਾ ਦਾ ਜਵਾਬ ਆਇਆ ਕਿ ਡਾਕਟਰ ਦੇ ਕੋਲ ਨਹੀਂ ਜਾਣਾ, ਘਰੇ ਹੀ ਇਲਾਜ ਕਰਨਾ ਹੈ। ਉੱਥੇ ਤੇ ਅੱਗੇ ਹੀ ਬਹੁਤ ਮਰੀਜ਼ ਹੋਰ ਹੁੰਦੇ ਨੇ, ਘਰੇ ਹੀ ਇਲਾਜ ਕਰਨਾ ਹੈ। ਸੱਚ ਪਾਤਸ਼ਾਹ ਜੀ ਕਿਰਪਾ ਕੀਤੀ। ਮੈਨੂੰ ਬਾਅਦ ਜਦੋਂ ਪਿਤਾ ਜੀ ਠੀਕ ਹੋ ਗਏ, ਮੈਨੂੰ ਦੱਸਿਆ ਉਹਨਾਂ ਨੇ, ਕਹਿੰਦੇ ਮੈਂ ਦਿਲ ਛੱਡ ਗਿਆ ਸੀ ਵੀ ਮੈਂ ਜਿੰਨਾ ਬਿਮਾਰ ਹੋ ਗਿਆ ਅੱਜ ਤੱਕ ਕਦੀ ਇਸ ਤਰ੍ਹਾਂ ਦਾ ਬਿਮਾਰ ਨਹੀਂ ਹੋਇਆ, ਹੁਣ ਨਹੀਂ ਬਚਦਾ। ਪਰ ਇਹ ਸਤਿਗੁਰੂ ਉਦੇ ਸਿੰਘ ਜੀ ਬਖਸ਼ਿਸ਼ ਕੀਤੀ ਕਿ ਬਿਨਾਂ ਦਵਾਈ ਤੋਂ ਘਰੇ ਹੀ ਓੜ ਪੋੜ ਕੀਤਾ, ਦੇਸੀ ਇਲਾਜ ਕਰਕੇ ਹੀ ਇਸ ਭਿਆਨਕ ਸਮੇਂ 'ਚੋਂ ਬਚਾ ਕੇ ਸਾਨੂੰ ਗਾਂਹ ਲੈ ਕੇ ਜਾ ਰਹੇ ਨੇ, ਜਿਸ ਵਿੱਚ ਸਾਰੀ ਦੁਨੀਆ ਡਰਦੀ ਏ। ਕੰਮ ਕਾਜ ਛੱਡ ਕੇ ਬੈਠ ਗਏ ਘਰਾਂ ਵਿੱਚ। ਪਰ
ਸੱਚ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਆਪਾਂ ਇੱਥੇ ਜਦੋਂ ਦਾ ਨਾਮ ਸਿਮਰਨ ਸ਼ੁਰੂ ਕਰ ਲਿਆ, ਸਵੇਰੇ ਸ਼ਾਮ ਨਾਮ ਸਿਮਰਨ ਕਰਨਾ ਸ਼ੁਰੂ ਕਰ ਲਿਆ, ਸਾਧ ਸੰਗਤ ਜੀ ਚੇਤਾ ਹੀ ਭੁੱਲ ਗਿਆ ਕਿ ਭਜਨ ਬਾਣੀ ਵਿੱਚ ਇਸ ਤਰ੍ਹਾਂ ਮਨ ਜੁੜ ਗਿਆ ਕਿ ਕੋਈ ਤਕਲੀਫ ਵੀ ਹੈਗੀ ਹੈ, ਕੋਈ ਬਿਮਾਰੀ ਵੀ ਹੈਗੀ ਹੈ ਦੁਨੀਆ 'ਤੇ। ਇਹ ਨਾਮ ਐਸਾ ਆ ਕਿ ਇਹਨੂੰ ਜਪਣ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਬਿਮਾਰੀ ਅੱਜ ਵੀ ਉਨੀ ਹੀ ਹੈ ਸਾਧ ਸੰਗਤ ਜੀ, ਅੱਗੇ ਨਾਲੋਂ ਵੱਧ ਰਹੀ ਹੈ, ਘਟ ਨਹੀਂ ਰਹੀ। ਹੁਣ ਉਮੀਦ ਹੈ ਕਿ ਸ਼ਾਇਦ ਸੈਕਿੰਡ ਵੇਵ ਉਹਦੀ ਸ਼ੁਰੂ ਹੋਏਗੀ ਬਿਮਾਰੀ ਦੀ। ਨਿਊਯਾਰਕ ਅਮਰੀਕਾ ਵਿੱਚ ਪਹਿਲਾਂ 30-35 ਹਜ਼ਾਰ ਪਰ ਡੇ ਦੇ ਮਰੀਜ਼ ਆਉਂਦੇ ਸੀ, ਉਹ ਘਟਦੇ 20 ਤੇ ਆ ਗਏ, 15 ਤੇ ਆ ਗਏ, ਪਰ ਫਿਰ ਦੁਬਾਰਾ 25-30 ਦੇ ਆਸ-ਪਾਸ ਹੋਣ ਲੱਗ ਗਿਆ। 25-30 ਹਜ਼ਾਰ ਪਰ ਡੇ ਦਾ ਨਵਾਂ ਪੇਸ਼ੈਂਟ ਆ ਰਿਹਾ, ਡੈਥ ਰੇਟ ਘਟਿਆ ਹੋਇਆ। ਪਰ ਸਾਧ ਸੰਗਤ ਜੀ ਹੁਣ ਡਰ ਨਹੀਂ ਲੱਗਦਾ ਜਦੋਂ ਦਾ ਇਹ ਆਪਾਂ ਅੱਜ ਕੱਲ੍ਹ ਜਿਹੜਾ ਆਪਾਂ ਨਾਮ ਸਿਮਰਨ ਕਰ ਰਹੇ ਹਾਂ, ਸਾਰੀ ਸਾਧ ਸੰਗਤ ਬੈਠ ਕੇ ਨਾਮ ਸਿਮਰਨ ਕਰ ਰਹੀ ਹੈ। ਇਸ ਨਾਮ ਸਿਮਰਨ ਦੇ ਵਿੱਚ ਹੁਣ ਡਰ ਲੱਗਣਾ ਬੰਦ ਹੋ ਗਿਆ। ਇੱਥੇ ਨਿਊਯਾਰਕ ਦੀ ਸਾਧ ਸੰਗਤ ਨੇ, ਨੌਜਵਾਨਾਂ ਨੇ, ਇੱਕ ਵਾਰੀ ਮੈਂ ਵੀ ਗਿਆ ਵਿੱਚ ਸੇਵਾ ਕੀਤੀ ਹੈ। ਜਿਸ ਹੌਸਪੀਟਲ ਦੇ ਕੋਲੋਂ ਕੋਈ ਲੰਘਣਾ ਨਹੀਂ ਪਸੰਦ ਕਰਦਾ, ਉਸ ਦੇ ਐਮਰਜੈਂਸੀ ਵਾਰਡ ਦੇ ਕੋਲ ਜਾ ਕੇ ਸਾਧ ਸੰਗਤ ਵੱਲੋਂ ਇੱਥੇ ਸੇਵਾ ਕੀਤੀ ਗਈ ਸੀ। ਸੱਚ ਪਾਤਸ਼ਾਹ ਦੇ ਹੁਕਮ ਅਨੁਸਾਰ, ਸਤਿਗੁਰੂ ਦੇ ਸਿੰਘ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜੇ ਸਾਡੇ ਡਾਕਟਰ ਨੇ ਉਹਨਾਂ ਵਾਸਤੇ ਸੇਵਾ ਕੀਤੀ, ਲੰਗਰ ਜਾਂਦਾ ਰਿਹਾ ਹੈ। ਹੋਰ ਲੋੜਵੰਦ ਲੱਭਦੇ ਰਹੇ, ਉਹਨਾਂ ਨੂੰ ਵੀ ਜਾ ਕੇ ਕੋਸ਼ਿਸ਼ ਕੀਤੀ, ਦਿੱਤਾ ਗਿਆ ਲੰਗਰ। ਜਿੱਥੇ ਲੋਕ ਜਾਣਾ ਡਰਦੇ ਸਨ ਜਾਣੋ, ਉੱਥੇ ਜਾ ਕੇ ਸੱਚ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਲੰਗਰ ਵਰਤਾਉਂਦੇ ਰਹੇ, ਪਰ ਡਰ ਨਹੀਂ ਲੱਗਿਆ ਕਿਸੇ ਨੂੰ। ਜਿਨ੍ਹਾਂ ਟ੍ਰੇਲਰਾਂ ਦੇ ਵਿੱਚ ਡੈੱਡ ਬੋਡੀਜ਼ ਰੱਖੀਆਂ ਹੁੰਦੀਆਂ ਸੀ, ਮੈਂ ਇੱਕ ਦਿਨ ਟਰਾਲੇ ਦੇ ਕੋਲੋਂ ਲੰਘਿਆ ਗੱਡੀ 'ਚੋਂ, ਸਾਰੇ ਮੁੰਡੇ ਨਾਲ ਬੈਠੇ ਸੀ। ਮੈਂ ਕਿਹਾ ਸੱਚ ਪਾਤਸ਼ਾਹ ਦੀ ਕਿਰਪਾ ਆ, ਡਰ ਸਾਡੇ ਅੰਦਰੋਂ ਇੰਨਾ ਕੱਢ ਦਿੱਤਾ ਹੈ। ਆਹ ਟਰਾਲੇ ਭਰੇ ਪਏ ਨੇ ਹੌਸਪੀਟਲਾਂ ਦੇ ਬਾਹਰ ਡੈੱਡ ਬੋਡੀਆਂ ਦੇ, ਲੋਕ ਡਰਦੇ ਨੇ ਇਹਨਾਂ ਦੀਆਂ ਫੋਟੋਆਂ ਵੇਖ ਕੇ, ਅਸੀਂ ਇਹਨਾਂ ਦੇ ਕੋਲੋਂ ਲੰਘ ਰਹੇ ਹਾਂ। ਇਹ ਸੱਚ ਪਾਤਸ਼ਾਹ ਜੀ ਦੀ ਬਖਸ਼ਿਸ਼ ਆ ਕਿ ਉਹ ਜਿਹਨੂੰ ਰੱਖਣਾ ਉਹਨਾਂ ਨੇ, ਉਹਨੂੰ ਜਿੰਨਾ ਮਰਜ਼ੀ ਕੁਝ ਹੋ ਜਾਵੇ, ਉਹਨੂੰ ਫਿਰ ਵੀ ਬਚਾ ਲੈਣਾ ਉਹਨਾਂ ਨੇ। ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਇਹ ਸਮੇਂ ਵਿੱਚ ਸਾਨੂੰ ਬਚਾ ਕੇ ਰੱਖਣ, ਮਨ ਨਾ ਡੋਲੇ, ਭਜਨ ਬਾਣੀ ਕਰਦੇ ਰਹੀਏ ਅਤੇ ਉਹਨਾਂ ਦੇ ਹੁਕਮਾਂ ਵਿੱਚ ਚੱਲੀਏ। ਅੱਜ ਕਿੰਨਾ ਵੱਡੀ ਤਰਾਸਦੀ ਆਈ ਹੈ, ਪਰ ਨਾਮਧਾਰੀ ਕਿਸੇ ਪਾਸੇ ਵੀ ਸਾਰਿਆਂ ਵਿੱਚੋਂ ਇਹੀ ਖਬਰ ਆ ਰਹੀ ਵੀ ਸਾਰੇ ਠੀਕ ਨੇ, ਕਿਤੇ ਵੀ ਕੁਝ ਨਹੀਂ ਹੋਇਆ, ਸਗੋਂ ਸੇਵਾ ਕਰ ਰਹੇ ਨੇ ਵੱਧ ਚੜ੍ਹ ਕੇ। ਸੱਚ ਪਾਤਸ਼ਾਹ ਜੀ ਕਿਰਪਾ ਰੱਖਣ। ਇਹ ਸਮਾਂ ਅੱਜ ਸਾਡੇ 'ਤੇ ਚੱਲਦਾ ਪਿਆ, ਇਹੀ ਸਮਾਂ ਉਦੋਂ ਚੱਲ ਰਿਹਾ ਸੀ ਜਦੋਂ ਸਤਿਗੁਰੂ ਹਰੀ ਸਿੰਘ ਜੀ ਸਿੱਖਾਂ ਦੇ ਉੱਤੇ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਬਚਨ ਕਰਕੇ ਹੀ, ਪਾਠ ਕਰਾ ਕੇ ਹੀ ਉਹਨਾਂ ਨੂੰ ਠੀਕ ਰੱਖਦੇ ਨੇ। 1902 ਦੇ ਵਿੱਚ ਗੁਜਰਾਂਵਾਲੇ ਹੋਲਾ ਕੀਤਾ ਗਿਆ। ਸੱਚ ਪਾਤਸ਼ਾਹ ਜੀ ਛੁੱਟੀ ਲੈ ਕੇ ਹੋਲੇ 'ਤੇ ਦਰਸ਼ਨ ਦਿੱਤੇ, ਮੇਲਾ ਚੱਲਿਆ। ਉੱਥੇ ਇੱਕ ਅਫਸਰ ਆਇਆ, ਉਹਨੇ ਆਖਿਆ ਕਿ ਮੈਂ ਤੁਹਾਡੀ ਫੋਟੋ ਖਿੱਚਣੀ ਹੈ। ਕੈਮਰਾ ਲੈ ਕੇ ਆਇਆ, ਉਹਨੇ 2-3 ਵਾਰੀ ਕੋਸ਼ਿਸ਼ ਕੀਤੀ, ਫੋਟੋ ਪੂਰੀ ਨਾ ਆਈ। 3 ਵਾਰੀ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ। ਸੱਚ ਪਾਤਸ਼ਾਹ ਜੀ, ਸਤਿਗੁਰੂ ਰਾਮ ਸਿੰਘ ਜੀ ਦੀ ਵੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਪੂਰੀ ਨਹੀਂ ਸੀ ਆਈ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਸਾਡੀ ਫੋਟੋ ਨਹੀਂ ਖਿੱਚ ਸਕਦਾ ਤੂੰ। ਇਸੇ ਤਰ੍ਹਾਂ ਹੀ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਕਿ ਤੂੰ ਜਿੰਨੀ ਵਾਰੀ ਮਰਜ਼ੀ ਕੋਸ਼ਿਸ਼ ਕਰ ਲੈ, ਪਰ ਇਹ ਫੋਟੋ ਨਹੀਂ ਉਤਰਨੀ, ਇਹ ਤੇਰੀ ਜਿਹੜੀ ਪੂਰੀ ਨਹੀਂ ਆਉਣੀ ਫੋਟੋ। ਇਸੇ ਤਰ੍ਹਾਂ ਉਹ ਹਾਰ ਕੇ ਹਟ ਗਿਆ, ਫੋਟੋ ਖਿੱਚਣੀ ਬੰਦ ਕਰ ਦਿੱਤੀ ਉਸ ਅਫਸਰ ਨੇ। ਸੱਚ ਪਾਤਸ਼ਾਹ ਜੀ, ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਆਏ ਦੌਰੇ ਤੋਂ। ਰਤਨ ਸਿੰਘ ਕਾਰੀਗਰ ਸੀ ਖੋਟਿਆਂ ਦਾ, ਉਸ ਨੂੰ ਹਲਕ ਹੋ ਜਾਂਦਾ ਸੀ, ਹਲਕ ਕੁੱਦਿਆ ਹੋਇਆ ਸੀ। ਭੈਣੀ ਸਾਹਿਬ ਆਇਆ, ਸਿੱਖਾਂ ਨੇ ਜਦੋਂ ਹਲਕ ਕੁੱਦਿਆ, ਸਿੱਖਾਂ ਨੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਜਦੋਂ ਕਮਰੇ ਵਿੱਚ ਬੰਦ ਕਰ ਦਿੱਤਾ, ਸਤਿਗੁਰੂ ਹਰੀ ਸਿੰਘ ਜੀ ਇਸ਼ਨਾਨ ਕਰਕੇ ਜਦੋਂ ਬਾਹਰ ਆਏ, ਲੰਗਰ ਵਿੱਚੋਂ ਦੀ ਕੋਲੋਂ ਦੀ ਲੰਘਣ ਲੱਗੇ ਅਤੇ ਪੁੱਛਿਆ ਵੀ ਇਸ ਕਮਰੇ ਵਿੱਚ ਕਿਉਂ ਬੰਦ ਕੀਤਾ ਹੈ। ਸਿੱਖਾਂ ਨੇ ਅਰਜ਼ ਕੀਤੀ, ਜੀ ਇਸ ਸਿੱਖ ਨੂੰ, ਰਤਨ ਸਿੰਘ ਨੂੰ ਨਾ ਹਲਕ ਕੁੱਦਿਆ ਹੋਇਆ ਹੈ। ਸਤਿਗੁਰੂ ਹਰੀ ਸਿੰਘ ਜੀ ਦਰਵਾਜ਼ਾ ਖੁਲ੍ਹਾ ਦਿੱਤਾ, ਅੰਦਰ ਵੜ ਕੇ ਬਚਨ ਕੀਤਾ, ਮੂਧਾ ਲੰਮੇ ਪੈ ਜਾ। ਜਦੋਂ ਉਹ ਮੂਧਾ ਲੰਮੇ ਪੈ ਗਿਆ ਅਤੇ ਪਊਏ ਲੈ ਕੇ, ਪਊਆਂ ਸਣੇ ਹੀ ਸੱਚ ਪਾਤਸ਼ਾਹ ਜੀ ਉਹਦੇ ਪੈਰਾਂ ਵੱਲੋਂ ਚੜ੍ਹਦੇ ਹੋਏ ਉਹਦੇ ਮੋਢਿਆਂ ਵੱਲ ਦੀ ਥੱਲੇ ਉਤਰ ਕੇ ਜਾ ਕੇ, ਜਦੋਂ ਹੀ ਸੱਚ ਪਾਤਸ਼ਾਹ ਜੀ ਥੱਲੇ ਉਤਰੇ, ਉਹ ਜਿਹੜਾ ਹਲਕ ਕੁੱਦਿਆ ਹੋਇਆ ਸੀ, ਉਹ ਸਿੱਖ ਉਸੇ ਵੇਲੇ ਠੀਕ ਹੋ ਗਿਆ।
ਸਾਧ ਸੰਗਤ ਜੀ, ਇਹ ਸਤਿਗੁਰੂ ਦੀ ਰਜਾ ਹੁੰਦੀ, ਕੋਈ ਕਰਮ ਕੱਟਣਾ ਸੀ, ਉਹਨਾਂ ਦੀ ਰਜਾ ਸੀ ਕਿ ਮੈਂ ਚਰਨ ਧਰ ਕੇ ਇਹ ਸਿੱਖ 'ਤੇ ਕਿਰਪਾ ਕਰਨੀ। ਜੇ ਉਹ ਬਚਨ ਕਰਕੇ ਵੀ ਕਿਰਪਾ ਕਰ ਸਕਦੇ ਸੀ, ਕਿਸੇ ਦਵਾਈ ਦੀ ਵੀ ਲੋੜ ਨਹੀਂ ਪਈ, ਸਿਰਫ ਇਸੇ ਤਰ੍ਹਾਂ ਹੀ ਸੱਚ ਪਾਤਸ਼ਾਹ ਜੀ ਕਿਰਪਾ ਕਰਕੇ ਉਸ ਰਤਨ ਸਿੰਘ ਨੂੰ ਠੀਕ ਕਰ ਦਿੱਤਾ। ਸਤਿਗੁਰੂ ਹਰੀ ਸਿੰਘ ਜੀ ਕਈ ਵਾਰ ਬਚਨ ਸੁਣਾਉਣਾ, ਇੱਕ ਦਿਨ ਬਚਨ ਸੁਣਾਇਆ ਕਿ ਮੈਂ ਛੋਟਾ ਹੁੰਦਾ ਸਤਿਗੁਰੂ ਰਾਮ ਸਿੰਘ ਜੀ ਮੈਨੂੰ ਬਚਨ ਕਰਨਾ ਕਿ ਘੁਲ ਮੇਰੇ ਨਾਲ ਕੁਸ਼ਤੀ ਕਰ, ਅਸੀਂ ਕੁਸ਼ਤੀ ਕਰਨੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਇੱਕ ਦਿਨ ਕੁਸ਼ਤੀ ਰੋਜ਼ ਕਰਦਾ ਸੀ, ਮੈਂ ਰੋਜ਼ ਢਹਿ ਜਾਂਦਾ ਸੀ। ਇੱਕ ਦਿਨ ਮੈਂ ਢਾਹ ਲਿਆ। ਜਦੋਂ ਮੈਂ ਢਾਹ ਲਿਆ ਅਤੇ ਉਸ ਤੋਂ ਬਾਅਦ ਫਿਰ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਉਹ ਹੁਣ ਕੁਸ਼ਤੀ ਨਹੀਂ ਕਰਨੀ। ਉਸ ਤੋਂ ਬਾਅਦ ਫਿਰ ਕੁਸ਼ਤੀ ਨਹੀਂ ਕੀਤੀ। ਇਸ ਤਰ੍ਹਾਂ ਕਿ ਸੱਚ ਪਾਤਸ਼ਾਹ ਜੀ ਬਚਨ ਕਰਦੇ ਸਨ, ਮੈਂ ਬਿਲਕੁਲ ਸਮਰਪਿਤ ਸਾਂ। ਮੈਨੂੰ ਹੁਕਮ ਹੁੰਦਾ ਸੀ ਕੁਸ਼ਤੀ ਕਰਦਾ ਸੀ, ਪਰ ਜੇ ਹੁਕਮ ਹੁੰਦਾ ਸੀ ਬਸ ਕਰ, ਮੈਂ ਬਸ ਕਰ ਦੇਣੀ। ਜਦੋਂ ਜਿਸ ਤਰ੍ਹਾਂ ਦਾ ਵੀ ਹੁਕਮ ਕਰਨਾ, ਮੈਂ ਉਸੇ ਤਰ੍ਹਾਂ ਹੀ ਸਤ ਬਚਨ ਕਰਕੇ ਮੰਨਣਾ। ਬੀਬੀ ਨੰਦਾ ਦਾ ਬਹੁਤ ਜ਼ਿਕਰ ਆਉਂਦਾ ਕਿ ਉਹ ਸਤਿਗੁਰੂ ਹਰੀ ਸਿੰਘ ਜੀ ਦੇ ਉਹ ਬਹੁਤ ਖਿਲਾਫ ਵੀ ਬੋਲਦੀ ਰਹੀ। ਸੱਚ ਪਾਤਸ਼ਾਹ ਜੀ ਦੇ ਵਾਸਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਲਿਖ ਕੇ ਭੇਜਿਆ। ਉਸ ਦਾ ਲੜਕਾ ਸੀ ਸੂਰਤ ਸਿੰਘ। ਸੂਰਤ ਸਿੰਘ ਵੀ ਟੇਢੇ ਸੁਭਾਅ ਦਾ ਸੀ। ਉਹ ਵੀ ਜਾ ਕੇ ਸਿੰਘ ਸਭੀਆਂ ਨਾਲ ਮੇਲ ਰੱਖਦਾ ਸੀ। ਸਿੰਘ ਸਭੀਏ ਕੌਣ ਸਨ? ਜਦੋਂ ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਗਏ, ਪ੍ਰਦੇਸ਼ ਜਾਣ ਤੋਂ 1872 'ਚ ਪ੍ਰਦੇਸ਼ ਗਏ ਨੇ। ਪ੍ਰਦੇਸ਼ ਜਾਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਹ ਸੋਚਿਆ ਕਿ ਇਹਨਾਂ ਦਾ ਪ੍ਰਚਾਰ ਬੜਾ ਵੱਧਦਾ ਪਿਆ ਹੈ, ਸਿੱਖ ਇਹਨਾਂ ਦੇ ਦਰਸ਼ਨ ਕਰਕੇ ਹੀ ਇਹਨਾਂ ਦੇ ਹੋ ਜਾਂਦੇ ਨੇ, ਅਤੇ ਸਿੱਖ ਵੀ ਇੰਨੇ ਕੱਟੜ ਬਣਦੇ ਨੇ ਕਿ ਫਿਰ ਉਹ ਕਿਸੇ ਦੀ ਈਨ ਨਹੀਂ ਮੰਨਦੇ, ਉਹ ਨੌਕਰੀ ਨਹੀਂ ਕਰਦੇ, ਸਾਡੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਦਾ ਸਿੱਖ 2 ਮਿੰਟਾਂ 'ਚ ਬਣ ਜਾਂਦਾ ਹੈ। ਜਦੋਂ ਇਸ ਤਰ੍ਹਾਂ ਦਾ ਪ੍ਰਭਾਵ ਸੀ ਸੱਚ ਪਾਤਸ਼ਾਹ ਜੀ ਦਾ, ਬਹੁਤ ਤੇਜ਼ ਪ੍ਰਭਾਵ ਸੀ ਸਤਿਗੁਰੂ ਰਾਮ ਸਿੰਘ ਜੀ ਦਾ, ਫਿਰ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਮਿਸ਼ਨਰੀ ਆਪਣਾ ਈਸਾਈ ਮਤ ਨੂੰ ਪੰਜਾਬ ਵਿੱਚ ਲਿਆ ਕੇ ਆਪਣੇ ਤਨਖਾਹ 'ਤੇ ਪ੍ਰਚਾਰਕ ਰੱਖ ਕੇ ਅਤੇ ਈਸਾਈ ਮਤ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਬੜੇ ਲਾਲਚ ਦਿੱਤੇ, ਬੜੇ ਢੰਗ ਤਰੀਕੇ ਨਾਲ ਪ੍ਰਚਾਰ ਸ਼ੁਰੂ ਕੀਤਾ। ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਨੇ ਪ੍ਰਦੇਸ਼ ਲੈ ਗਏ। ਜਦੋਂ ਸੱਚ ਪਾਤਸ਼ਾਹ ਜੀ ਨੂੰ ਜਲਾਵਤਨ ਕਰ ਦਿੱਤਾ, ਪ੍ਰਦੇਸ਼ ਚਲੇ ਗਏ। ਮਗਰੋਂ ਉਹਨਾਂ ਨੇ 1872 'ਚ ਪ੍ਰਦੇਸ਼ ਜਾਂਦੇ ਨੇ। 1873 ਵਿੱਚ ਸਿੰਘ ਸਭਾ ਬਣਾਈ। ਸਿੰਘ ਸਭਾ ਦੇ ਵਿੱਚ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਉਹ ਸਿੱਖ ਅੱਗੇ ਲਾਏ ਕਿ ਤੁਸੀਂ ਗ੍ਰੰਥ ਸਾਹਿਬ ਨੂੰ ਗੁਰੂ ਸਥਾਪਿਤ ਕਰੋ। ਉਸ ਤੋਂ ਬਾਅਦ ਉਹਨਾਂ ਨੇ ਪ੍ਰਚਾਰ ਕੀਤਾ ਇਸ ਗੱਲ ਦਾ ਕਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਜਾਵੇ, ਗ੍ਰੰਥ ਸਾਹਿਬ ਹੀ ਗੁਰੂ ਹੈ। ਇਸ ਤਰ੍ਹਾਂ ਦਾ ਪ੍ਰਚਾਰ ਕੀਤਾ। ਜਿਹੜੇ ਅੱਗੇ ਸਿੱਖ ਲਾਏ ਸੀ ਉਹਨਾਂ ਦੇ ਵਿੱਚ ਹੱਲੇ ਵੀ ਕੁਝ ਕੁ ਮਾਤਰ ਸਿੱਖੀ ਦੀ ਭਾਵਨਾ ਹੈਗੀ ਸੀ। ਉਹ ਇੱਕ ਦੂਜੇ ਦੇ ਪੈਰੀ ਹੱਥ ਲਾਉਂਦੇ ਸਨ, ਨਿਮਰਤਾ ਵਾਲਾ ਸੁਭਾਅ ਸੀ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ, ਉਹਨਾਂ ਨੂੰ ਹਟਾ ਕੇ ਫਿਰ ਹੋਰ ਸਿੱਖ ਲਾਏ ਗਏ ਜਿਹੜੇ ਅੰਗਰੇਜ਼ਾਂ ਦੇ ਅਨੁਸਾਰ ਚੱਲਣ। ਇਸ ਤਰ੍ਹਾਂ ਦੀ ਸਿੰਘ ਸਭਾ ਬਣਾਈ ਗਈ, ਜਿਨ੍ਹਾਂ ਨੇ ਬਹੁਤ ਸਾਰਾ ਪ੍ਰਚਾਰ ਕਰਕੇ ਉਸ ਸਮੇਂ ਉਹਨਾਂ ਨੇ ਗ੍ਰੰਥ ਸਾਹਿਬ ਨੂੰ ਗੁਰੂ ਸਥਾਪਿਤ ਕਰਨਾ ਚਾਹਿਆ, ਕੀਤਾ ਵੀ। ਬਹੁਤ ਪ੍ਰਚਾਰ ਕੀਤਾ ਕਿਉਂਕਿ ਨਾਮਧਾਰੀਆਂ ਦਾ ਪ੍ਰਚਾਰ ਬੰਦ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ, ਸਿੱਖਾਂ 'ਤੇ ਕਠਿਨਾਈਆਂ ਦਾ ਸਮਾਂ ਸ਼ੁਰੂ ਹੋ ਗਿਆ ਅਤੇ ਦੂਸਰੇ ਪਾਸੇ ਸਿੰਘ ਸਭੀਆਂ ਦਾ ਪ੍ਰਚਾਰ ਜਿਹੜਾ ਸੀ ਉਹਨਾਂ ਨੇ, ਸਰਕਾਰ ਨੇ, ਅੰਗਰੇਜ਼ਾਂ ਨੇ ਜ਼ੋਰ ਲਾ ਕੇ ਵਧਾਇਆ ਅਤੇ ਉਹ ਬਹੁਤ ਤਰੀਕੇ ਨਾਲ ਵਧਿਆ ਫੁੱਲਿਆ। ਬੜਾ ਉਹਦੇ ਵਿੱਚ ਸਿੱਖਾਂ ਨੇ ਉਹਨਾਂ ਦੇ ਮਗਰ ਲੱਗੇ। ਸੂਰਤ ਸਿੰਘ ਜਿਹੜਾ ਸੀ ਇਹ ਵੀ ਸਿੰਘ ਸਭੀਆਂ ਨਾਲ ਜਾ ਕੇ ਉੱਠਦਾ ਬੈਠਦਾ ਸੀ। ਇਹਨੇ ਵੀ ਭੈਣੀ ਸਾਹਿਬ ਵਿੱਚ ਦੀਵਾਨ ਲੱਗਣਾ, ਉਹ ਤਾਂ ਨਾ ਸੁਣ ਜਾਣਾ ਸਿੱਖਾਂ ਦਾ, ਜਦੋਂ ਸੱਚ ਪਾਤਸ਼ਾਹ ਦੀ ਹਜ਼ੂਰੀ 'ਚ ਦੀਵਾਨ ਲੱਗਣਾ। ਪਰ ਜੇ ਸਿੰਘ ਸਭੀ ਦਾ ਦੀਵਾਨ ਲੱਗੇ ਕਿਤੇ ਅੰਮ੍ਰਿਤਸਰ ਤੱਕ ਵੀ ਜਾਣਾ ਪਵੇ, ਉਹ ਉੱਥੇ ਜਾ ਕੇ ਵੀ ਸੁਣ ਕੇ ਆਉਂਦਾ ਸੀ। ਇੱਕ ਦਿਨ ਸਿੰਘ ਸਭੀਆਂ ਨਾਲ ਰਲ ਕੇ, ਸਿੰਘ ਸਭੀਆਂ ਨੇ ਅਤੇ ਇਹਨੇ ਸੂਰਤ ਸਿੰਘ ਨੇ ਇੱਕ ਮੁਸਲਮਾਨ ਰਲਾ ਲਿਆ ਆਪਣੇ ਨਾਲ। ਉਹਦੇ ਹੱਥੋਂ ਖਾਧਾ ਵੀ ਇਹਨਾਂ ਨੇ,
ਖਾਧਾ ਤੇ ਸਤਿਗੁਰੂ ਹਰੀ ਸਿੰਘ ਜੀ ਨੂੰ ਪਤਾ ਲੱਗਾ। ਸੱਚ ਪਾਤਸ਼ਾਹ ਜੀ ਸੂਰਤ ਸਿੰਘ ਭੈਣੀ ਸਾਹਿਬ ਆਇਆ ਤੇ ਉਹਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਨਾਲ ਰਲਾਇਆ ਆ ਤੇ ਉਹਦੇ ਕੋਲੋਂ ਲੈ ਕੇ ਵੀ ਖਾਧਾ ਆ? ਉਹ ਕਹਿੰਦਾ ਜੀ ਖਾਧਾ ਆ। ਸੱਚ ਪਾਤਸ਼ਾਹ ਜੀ ਬਚਨ ਕੀਤਾ ਕਿ ਤੂੰ ਅੱਜ ਤੋਂ ਬਾਅਦ ਲੰਗਰ ਵਿੱਚ ਨਾ ਵੜੀ। ਕਹਿੰਦਾ ਜੀ ਮੈਨੂੰ ਲੰਗਰ ਦੀ ਲੋੜ ਨਹੀਂ। ਸੱਚ ਭਾਵ ਕੀਤਾ ਫਿਰ ਭੈਣੀ ਸਾਹਿਬ ਛੱਡ ਦੇ, ਚਲਾ ਜਾ ਇੱਥੋਂ। ਫਿਰ ਉਹ ਸਾਹਨੇਵਾਲ ਜਾ ਕੇ ਰਹਿਣ ਲੱਗ ਗਿਆ। ਇੱਕ ਹੋਰ ਸਿੱਖ ਸੀ ਇਹਦੇ ਨਾਲ, ਦਾਨ ਸਿੰਘ ਸੀ ਇੱਕ ਸਿੱਖ, ਉਹ ਵੀ ਇਹਦੇ ਨਾਲ ਹੀ ਚਲਾ ਗਿਆ। ਪਰ ਦਾਨ ਸਿੰਘ ਜਦੋਂ ਗਿਆ ਤਾਂ ਉਹਨੂੰ ਪਤਾ ਲੱਗਾ ਕਿ ਸੂਰਤ ਸਿੰਘ ਜਿਹੜਾ ਹੈ ਇਹ ਮਨਮਤ ਜ਼ਿਆਦੀ ਕਰਦਾ ਆ, ਗੁਰੂ ਸਾਹਿਬ ਦੇ ਹੁਕਮ ਦੇ ਉਲਟ ਆ। ਜਦੋਂ ਉਸ ਗੱਲ ਨੂੰ ਉਹਨੇ ਮਹਿਸੂਸ ਕੀਤਾ ਫਿਰ ਉਹਨੇ ਆਣ ਕੇ ਆਪਣੇ ਆਪ ਨੂੰ ਬਖਸ਼ਾਇਆ। ਕਿਸ ਤਰ੍ਹਾਂ? ਮੂੰਹ ਕਾਲਾ ਕਰਕੇ ਸਤਿਗੁਰੂ ਹਰੀ ਸਿੰਘ ਦੇ ਸਾਹਮਣੇ ਆਇਆ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਸੂਰਤ ਸਿੰਘ ਦੇ ਮਗਰ ਲੱਗ ਕੇ ਚਲਾ ਗਿਆ ਸੀ, ਕਿਰਪਾ ਕਰੋ ਮੈਨੂੰ ਬਖਸ਼ੋ। ਸੱਚ ਪਾਤਸ਼ਾਹ ਜੀ ਬਖਸ਼ਿਆ, ਅੰਮ੍ਰਿਤ ਛਕਾਇਆ ਤੇ ਫਿਰ ਲੰਗਰ ਵਿੱਚ ਦਾਨ ਸਿੰਘ ਨੂੰ ਲਾਇਆ। ਸਾਲ ਡੇਢ ਸਾਲ ਸੂਰਤ ਸਿੰਘ ਰਹਿ ਕੇ ਉਹ ਵੀ ਵਾਪਸ ਆਇਆ। ਫਿਰ ਉਹਨੇ ਆਣ ਕੇ ਬਖਸ਼ਾਇਆ ਸੱਚ ਪਾਤਸ਼ਾਹ ਜੀ ਕੋਲੋਂ, ਅੰਮ੍ਰਿਤ ਛਕਾਇਆ ਤੇ ਫਿਰ ਉਹਨੂੰ ਲੰਗਰ ਵਿੱਚ ਲੱਗਣ ਦਿੱਤਾ। ਉਨੀ ਦੇਰ ਸੂਰਤ ਸਿੰਘ ਨੂੰ ਭੈਣੀ ਸਾਹਿਬ ਵੀ ਵੜਨ ਨਾ ਦਿੱਤਾ ਜਿੰਨਾ ਚਿਰ ਉਹਨੇ ਆਣ ਕੇ ਬਖਸ਼ਬੰਦੀ ਨਾ ਕਰਾਈ ਆਪਣੀ। ਕਿਉਂਕਿ ਇਹ ਗੁਰੂ ਘਰ ਆ ਇਹਦੇ ਵਿੱਚ ਕੋਈ ਪਰਿਵਾਰ ਦਾ ਜੀ ਨਹੀਂ। ਉਹ ਦੋਹਤਰਾ ਲੱਗਦਾ ਸੀ ਸਤਿਗੁਰੂ ਹਰੀ ਸਿੰਘ ਜੀ ਦਾ। ਇਹਦੇ ਵਿੱਚ ਸਿਰਫ ਸਿੱਖੀ ਜਿਹੜੀ ਉਹ ਭਾਵਨਾ ਦੀ ਏ, ਉਹ ਸ਼ਰਧਾ ਦੀ ਏ। ਇਹਦੇ ਵਿੱਚ ਗੁਰੂ ਪਰਿਵਾਰ ਦੀ ਨਹੀਂ, ਮੈਂ ਗੁਰੂ ਪਰਿਵਾਰ 'ਚੋਂ ਆਇਆ, ਇਸ ਗੱਲ ਦੀ ਕੋਈ ਸਿੱਖੀ ਨਹੀਂ। ਸਿੱਖੀ ਸਮਰਪਿਤ ਭਾਵਨਾ ਦੀ ਏ। ਜਿਸ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸਤਿਗੁਰ ਅੱਗੇ, ਉਹਨੇ ਸਾਰਾ ਕੁਝ ਹੀ ਪਾ ਲਿਆ। ਅਤੇ ਜਿਸ ਭਾਵੇਂ ਸਿੱਖ ਆ, ਚਾਹੇ ਉਹ ਗੁਰੂ ਪਰਿਵਾਰ ਆ, ਚਾਹੇ ਉਹ ਕਿਸੇ ਵੀ ਅਹੁਦੇ 'ਤੇ ਗੁਰੂ ਪਰਿਵਾਰ 'ਚ ਆ, ਉਹਨੇ ਜੇ ਆਪਣੀ ਮਨਮਤ ਰੱਖੀ ਤਾਂ ਉਹਨੇ ਕੁਝ ਵੀ ਨਾ ਪਾਇਆ। ਸਤਿਗੁਰੂ ਹਰੀ ਸਿੰਘ ਜੀ ਚੋਰੀ ਕਰਨ ਵਾਲੇ ਸਿੱਖਾਂ 'ਤੇ ਬਹੁਤ ਨਾਰਾਜ਼ ਹੁੰਦੇ ਸਨ। ਕਿਸੇ ਵੀ ਸਿੱਖ ਨੂੰ ਕਿਸੇ ਚੋਰੀ ਕਰ ਲੈਣੀ, ਦੰਡ ਦੇਣਾ ਜਾਂ ਉਹਨੂੰ ਸੰਗਤ 'ਚੋਂ ਕੱਢ ਦੇਣਾ ਜੇ ਉਹ ਨਾ ਮੰਨੇ। ਸੱਚ ਪਾਤਸ਼ਾਹ ਜੀ ਉਸ ਸਮੇਂ ਗੱਡਿਆਂ 'ਤੇ ਅਗਰਾਈ ਹੁੰਦੀ ਸੀ ਭੈਣੀ ਸਾਹਿਬ ਦੀ। ਗੱਡਿਆਂ 'ਤੇ ਅਗਰਾਈ ਜਿਹੜੇ ਕਰਦੇ ਸਨ ਉਹਨਾਂ ਦੇ ਨਾਲ ਸਿੱਖ ਸੀ ਇੱਕ ਨਿਹਾਲ ਸਿੰਘ, ਦੂਲੋਂ ਸੀ। ਉਹ ਗੱਡਿਆਂ ਵਾਲੀ ਅਗਰਾਈ ਕਰਨ ਵਾਲੇ ਦੇ ਸਿੱਖਾਂ ਦੇ ਨਾਲ ਜਾਇਆ ਕਰਦਾ ਸੀ। ਬਿਮਾਰ ਹੋ ਗਿਆ, ਦਸਤ ਲੱਗ ਗਏ, ਲੂਜ਼ ਮੋਸ਼ਨ ਲੱਗ ਗਏ ਉਹਨੂੰ। ਭੈਣੀ ਸਾਹਿਬ ਆਇਆ ਸੱਚ ਪਾਤਸ਼ਾਹ ਜੀ ਦੇ ਕੋਲ। ਸੱਚ ਪਾਤਸ਼ਾਹ ਦੇ ਕੋਲ ਭੈਣੀ ਸਾਹਿਬ ਆਇਆ। ਹੁਣ ਲੂਜ਼ ਮੋਸ਼ਨ ਲੱਗੇ ਨੇ, ਉੱਠ ਕੇ ਬਾਹਰ ਦੂਰ ਜਾ ਨਹੀਂ ਸਕਦਾ। ਕਮਰੇ ਵਿੱਚੋਂ ਹੀ ਬਹੁਤ ਜ਼ਿਆਦਾ ਬਦਬੂ ਆਉਣ ਲੱਗ ਗਈ। ਕੋਈ ਵੀ ਸਿੱਖ ਉਹਦੇ ਕੋਲ ਨਾ ਜਾਵੇ, ਉਹਦੀ ਸੇਵਾ ਨਾ ਕਰੇ। ਸੱਚ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਉਹਨੇ ਵੀ ਕਿਰਪਾ ਕਰੋ ਮੈਨੂੰ ਬਖਸ਼ੋ। ਸੱਚ ਪਾਤਸ਼ਾਹ ਜੀ ਉਹਦੀ ਸੇਵਾ ਵਾਸਤੇ ਟਹਿਲ ਸਿੰਘ ਨੂੰ ਲਾਇਆ ਕਿ ਜਾ ਕੇ ਉਸ ਨਿਹਾਲ ਸਿੰਘ ਦੀ ਸੇਵਾ ਕਰੋ। ਨਿਹਾਲ ਸਿੰਘ ਦੀ ਸੇਵਾ ਕੀਤੀ, ਸਾਫ ਸਫਾਈ ਕੀਤੀ। ਜਦੋਂ ਨਿਹਾਲ ਸਿੰਘ ਥੋੜ੍ਹਾ ਠੀਕ ਹੋਇਆ, ਜਦੋਂ ਨਿਹਾਲ ਸਿੰਘ ਠੀਕ ਹੋਇਆ, ਫਿਰ ਉਹਨੇ ਅਰਜ਼ ਕੀਤੀ ਸਤਿਗੁਰੂ ਹਰੀ ਸਿੰਘ ਜੀ ਨੂੰ ਕਿ ਮੈਂ ਬੈਲਾਂ ਦਾ ਦਾਣਾ ਵੇਚ ਕੇ ਅਤੇ ਉਹਨਾਂ ਦਾ ਘਿਓ ਲੈ ਕੇ ਫਿਰ ਉਹ ਖਾਂਦਾ ਹੁੰਦਾ ਸੀ। ਇਸ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੈ ਕਿ ਮੈਂ ਬਿਮਾਰ ਹੋਇਆ। ਥੋੜ੍ਹਾ ਜਿਹਾ ਰਾਜੀ ਹੋਇਆ, ਪਰ ਉਹ ਥੋੜ੍ਹਾ ਚਿਰ ਬਾਅਦ ਫਿਰ ਦੁਬਾਰਾ ਬਿਮਾਰ ਹੋ ਗਿਆ। ਉਹ ਇਸੇ ਤਰ੍ਹਾਂ ਹੀ ਚੜ੍ਹਾਈ ਕਰ ਗਿਆ। ਗੁਰੂ ਜੀ ਬਚਨ ਕੀਤਾ, ਜਿਸ ਨੇ ਵੀ ਗੁਰੂ ਘਰ ਦੀ ਚੋਰੀ ਕੀਤੀ ਹੈ ਉਸ ਨੂੰ ਸਜ਼ਾ ਮਿਲੀ ਹੈ, ਦੂਸਰੇ ਕਿਸੇ ਨੂੰ ਨਹੀਂ ਮਿਲੀ। ਜਿਹੜਾ ਗੁਰੂ ਘਰ 'ਚ ਚੋਰੀ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ। ਸੂਈ ਦੇ ਬਦਲੇ ਜੇ ਸੂਈ ਚੁੱਕੇਗਾ ਗੁਰੂ ਘਰ 'ਚੋਂ ਤਾਂ ਐਰਨ ਦੇ ਕੇ ਛੁੱਟੇਗਾ। ਸਾਧ ਸੰਗਤ ਜੀ, ਸੂਈ ਦਾ ਭਾਰ ਅਤੇ ਐਰਨ ਦਾ ਭਾਰ ਅਤੇ ਸਾਈਜ਼ ਵੇਖ ਲਈਏ ਅਤੇ ਉਹ ਇੰਨੇ ਹਜ਼ਾਰ ਗੁਣਾ ਵੱਧ ਜਾਂਦਾ ਕਿ ਆਪਾਂ ਉਹਨੂੰ ਗਿਣ ਨਹੀਂ ਸਕਦੇ, ਕਿਸੇ ਗਿਣਤੀ ਵਿੱਚ ਤੋਲ ਨਹੀਂ ਸਕਦੇ। ਸਤਿਗੁਰੂ ਹਰੀ ਸਿੰਘ ਜੀ ਦੇ ਮਾਮਾ ਜੀ ਜਿਹੜੇ ਸਨ, ਉਹਨਾਂ ਨੇ ਇੱਕ ਦਿਨ ਆਖਿਆ ਕਿ ਜੇ ਅੰਮ੍ਰਿਤ ਦਾ ਦਰਿਆ ਵਗਦਾ ਹੋਵੇ, ਉਹਦੇ ਵਿੱਚੋਂ ਕੋਈ ਇੱਕ ਬੂੰਦ ਲੈ ਲਵੇ ਤਾਂ ਕੀ ਫਰਕ ਪੈਂਦਾ ਆ। ਸਤਿਗੁਰੂ ਜੀ ਬਚਨ ਕੀਤਾ ਸੀ, ਜੇਕਰ ਵਿਉਹ ਦਾ ਭਾਵ ਜ਼ਹਿਰ ਦਾ ਦਰਿਆ ਵਗਦਾ ਹੋਵੇ ਤੇ ਇਸ ਵਿੱਚੋਂ ਜੀਵ ਇੱਕ ਬੂੰਦ ਵੀ ਪੀ ਲਵੇ ਉਹ ਮਰ ਜਾਂਦਾ ਹੈ। ਇਹ ਗੁਰੂ ਘਰ ਹੈ ਜਿਹੜਾ ਸੂਈ ਚੁੱਕੇਗਾ ਐਰਨ ਦੇ ਕੇ ਵੀ ਨਹੀਂ ਛੁੱਟੇਗਾ। ਇਸ ਕਰਕੇ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਸਾਡੇ ਮਨਾਂ 'ਤੇ, ਅਸੀਂ ਆਪਣੇ ਸਤਿਗੁਰ ਦੇ ਚਰਨਾਂ 'ਚ ਸਮਰਪਿਤ ਰਹੀਏ। ਆ ਘਿਓ ਤੋਂ ਮੈਨੂੰ ਇੱਕ ਬਚਨ ਯਾਦ ਆਇਆ, ਸਾਖੀ ਤੇ ਕਾਫੀ ਲੰਮੀ, ਮੈਂ ਸ਼ਾਰਟ ਫਾਰਮ 'ਚ ਹੀ ਸੁਣਾਉਣਾ। ਭਗਵਾਨ ਰਾਮ ਚੰਦਰ ਜੀ ਵੇਲੇ
ਸੱਚ ਪਾਤਸ਼ਾਹ ਜੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਪੰਛੀਆਂ ਦੀ, ਪਸ਼ੂਆਂ ਦੀ, ਜਾਨਵਰਾਂ ਦੀ ਬੋਲੀ ਸਿਖਾਈ ਜਾਂਦੀ ਸੀ। ਇੱਕ ਦਿਨ ਇੱਕ ਪੰਡਤ ਜਿਹੜਾ ਸੀ ਜਗਨਨਾਥ ਮੰਦਿਰ ਦਾ ਜਿਹੜਾ ਪੁਜਾਰੀ ਸੀ, ਉਹ ਆ ਰਿਹਾ ਸੀ। ਇੱਕ ਕੁੱਤਾ ਜਿਹੜਾ ਸੀ ਉਹਨੇ ਉਹਨੂੰ ਭੌਂਕਿਆ। ਪੰਡਤ ਨੇ ਡਰ ਕੇ ਉਹਨੂੰ ਸੋਟੀ ਮਾਰੀ। ਕੁੱਤੇ ਨੇ ਜਾ ਕੇ ਭਗਵਾਨ ਰਾਮਚੰਦਰ ਜੀ ਦੇ ਚਰਨਾਂ 'ਚ ਉਹਨਾਂ ਦੀ ਅਦਾਲਤ ਵਿੱਚ ਜਾ ਕੇ ਸ਼ਿਕਾਇਤ ਕੀਤੀ ਕਿ ਮੈਨੂੰ ਇਸ ਪੁਜਾਰੀ ਨੇ ਮਾਰਿਆ, ਬੇਦੋਸ਼ੇ ਨੂੰ। ਪੁਜਾਰੀ ਨੂੰ ਸੱਦ ਲਿਆ ਗਿਆ ਕਿ ਤੂੰ ਕਿਉਂ ਮਾਰਿਆ ਹੈ। ਉਹ ਪੁਜਾਰੀ ਨੇ ਆਖਿਆ ਜੀ ਮੈਨੂੰ ਇਹ ਭੌਂਕਿਆ ਸੀ ਅਤੇ ਮੈਂ ਦੂਰ ਹੋ ਗਿਆ, ਫਿਰ ਦੁਬਾਰਾ ਭੌਂਕਿਆ ਅਤੇ ਮੈਂ ਮਾਰਿਆ ਕਿ ਮੈਨੂੰ ਵੱਢੇ ਨਾ, ਮੈਂ ਤਾਂ ਸੋਟੀ ਮਾਰੀ ਹੈ। ਫਿਰ ਕੁੱਤੇ ਨੂੰ ਪੁੱਛਿਆ ਗਿਆ ਵੀ ਤੂੰ ਕਿਉਂ ਭੌਂਕਿਆ ਸੀ। ਉਹ ਕਹਿਣ ਲੱਗਾ ਜੀ ਮੈਂ ਤਾਂ ਭੌਂਕਿਆ ਸੀ, ਇਹਨੂੰ ਇਹ ਦੱਸਣ ਵਾਸਤੇ ਮੈਂ ਦੱਸਦਾ ਪਿਆ ਸੀ ਕਿ ਤੂੰ ਵੀ ਜਗਨਨਾਥ ਮੰਦਿਰ ਦਾ ਪੁਜਾਰੀ ਹੈ, ਮੈਂ ਵੀ ਪੁਜਾਰੀ ਸੀ ਪਿਛਲੇ ਜਨਮ ਵਿੱਚ, ਅਤੇ ਤੂੰ ਬਚ ਕੇ ਰਹੀਂ, ਗਲਤੀ ਨਾ ਕਰ ਲਈ। ਉਹ ਕਹਿਣ ਲੱਗਾ ਜੀ ਕੀ ਗਲਤੀ ਨਾ ਕਰਾਂ ਅਤੇ ਕੀ ਬਚ ਕੇ ਰਵਾਂ। ਫਿਰ ਉਹਨੇ ਸਾਖੀ ਸੁਣਾਈ, ਆਪਣੇ ਪਿਛਲੇ ਜਨਮ ਦੀ ਵਾਰਤਾਲਾਪ ਸੁਣਾਈ। ਵਾਰਤਾ ਸੁਣਾਉਂਦਾ ਕਿ ਮੈਂ ਜਗਨਨਾਥ ਮੰਦਿਰ ਦਾ ਪੁਜਾਰੀ ਸੀ, ਜਿਹੜੀ ਜੋਤ ਜਗਦੀ ਸੀ, ਜਿਹੜੀ ਉੱਥੇ ਪੂਜਾ ਕਰਦੇ ਸੀ। ਜਦੋਂ ਦੀਪਮਾਲਾ ਦੀਵੇ ਜਗਾਉਂਦੇ ਸੀ ਘਿਓ ਦੇ, ਅਤੇ ਉਹ ਮੈਂ ਜਗਾਉਂਦਾ ਸੀ, ਮੈਂ ਘਿਓ ਪਾਉਂਦਾ ਸੀ ਉਹਦੇ ਵਿੱਚ, ਅਤੇ ਮੈਂ ਆਪਣੇ ਇਹਨਾਂ ਹੱਥਾਂ ਦੇ ਨਾਲ ਘਿਓ ਪਾਉਂਦਾ ਹੁੰਦਾ ਸੀ। ਉਹ ਕਹਿਣ ਲੱਗਾ ਵੀ ਜਦੋਂ ਮੈਂ ਘਿਓ ਪਾਉਣ ਲੱਗਾ ਅਤੇ ਮੇਰੇ ਨਹੁੰਆਂ ਦੇ ਵਿੱਚ ਜਿਹੜਾ ਸੀ ਉਹ ਘਿਓ ਵੜ ਜਾਂਦਾ ਸੀ। ਮੈਂ ਘਿਓ ਵੜ ਗਿਆ, ਹੱਥ ਸਾਫ਼ ਕੀਤੇ, ਧੋਤੇ, ਬੜੀ ਚੰਗੀ ਤਰ੍ਹਾਂ ਕੋਸ਼ਿਸ਼ ਕੀਤੀ, ਪਰ ਉਹ ਘਿਓ ਫਿਰ ਵੀ ਜੰਮਿਆ ਰਹਿ ਗਿਆ ਮੇਰੇ ਨਹੁੰਆਂ ਦੇ ਵਿੱਚ। ਮੈਂ ਘਰੇ ਆਇਆ, ਮੇਰੀ ਇਸਤਰੀ ਨੇ ਮੇਰੇ ਲਈ ਲੰਗਰ ਪਕਾਇਆ, ਗਰਮ ਗਰਮ ਫੁਲਕਾ ਮੇਰੇ ਹੱਥ 'ਤੇ ਧਰਿਆ। ਜਦੋਂ ਉਹ ਗਰਮ ਫੁਲਕਾ ਮੇਰੇ ਹੱਥ ਨੂੰ ਲੱਗਿਆ, ਇਹ ਘਿਓ ਪਿਘਲ ਕੇ ਮੇਰੀ ਰੋਟੀ ਨੂੰ ਲੱਗਿਆ। ਮੈਂ ਰੋਟੀ ਖਾਧੀ, ਉਹ ਘਿਓ ਮੇਰੇ ਅੰਦਰ ਚਲਾ ਗਿਆ। ਜਦੋਂ ਉਹ ਘਿਓ ਮੇਰੇ ਅੰਦਰ ਚਲਾ ਗਿਆ, ਉਹਦਾ ਮੈਨੂੰ ਇਹ ਫਲ ਮਿਲਿਆ ਕਿ ਉਹ ਮੰਦਿਰ ਦਾ ਘਿਓ ਸੀ ਜਿਹੜਾ ਮੇਰਾ ਨਹੀਂ ਸੀ ਛਕਣਾ ਬਣਦਾ। ਹਾਲੇ ਉਹ ਪੁਜਾਰੀ ਸੀ, ਸੇਵਾ ਵੀ ਕਰਦਾ ਸੀ ਉੱਥੇ, ਫਿਰ ਵੀ ਮੇਰਾ ਛਕਣਾ ਨਹੀਂ ਸੀ ਬਣਦਾ। ਉਹ ਗਲਤੀ ਨਾਲ ਮੇਰੇ ਅੰਦਰ ਚਲਾ ਗਿਆ, ਜਿਸ ਕਰਕੇ ਮੈਨੂੰ ਕੁੱਤੇ ਦੀ ਜੂਨ ਮਿਲੀ। ਨਹੁੰਆਂ ਦੇ ਵਿੱਚ ਕਿੰਨਾ ਕੁ ਘਿਓ ਫਸ ਜਾਏਗਾ। ਸੋ ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਸਾਡੇ ਮਨਾਂ ਦੇ ਉੱਤੇ। ਸਾਨੂੰ ਜਦੋਂ ਵੀ ਕਿਤੇ ਸੇਵਾ ਦਾ ਮੌਕਾ ਮਿਲੇ, ਗੁਰੂ ਘਰ ਦੀ ਸੇਵਾ ਕਰਨ ਦਾ, ਅਤੇ ਸੱਚ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਮਨ ਆ ਉਹ ਡੋਲ ਨਾ ਜਾਵੇ। ਸਾਡੇ ਮਨ 'ਤੇ ਹੱਥ ਦੇ ਕੇ ਰੱਖਿਓ, ਸਾਡੇ 'ਤੇ ਬਖਸ਼ਿਸ਼ ਰੱਖਿਓ, ਅਸੀਂ ਡੋਲ ਨਾ ਜਾਈਏ, ਸਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਅਵੱਗਿਆ ਨਾ ਹੋ ਜਾਵੇ। ਇਹ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਸਾਡੇ ਮਨਾਂ 'ਤੇ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਿਆ ਕਰਦੇ ਸਨ, ਕਿਸੇ ਦੀ ਪਰਾਈ ਚੀਜ਼ ਲੱਭੇ ਅਤੇ ਉਹ ਹੋਕਾ ਲਾ ਕੇ ਦੇ ਦੇਣੀ ਵੀ ਇਹ ਜਿਹਦੀ ਹੈਗੀ ਏ ਉਹ ਲੈ ਜਾਵੇ। ਜਦੋਂ ਭਾਈ ਰਾਏ ਸਿੰਘ ਜੀ ਗਏ ਸਨ ਹਜ਼ੂਰ ਸਾਹਿਬ, ਵਾਪਸ ਆਉਂਦਿਆਂ ਪਦਾਰਥ ਕੋਲ ਕੋਈ ਨਹੀਂ ਸੀ, ਪੈਸੇ ਕੋਲ ਕੋਈ ਨਹੀਂ ਸੀ, ਭੁੱਖੇ ਸਨ, ਪਿਆਸ ਲੱਗੀ, ਖਾਣ ਨੂੰ ਭੁੱਖ ਲੱਗੀ, ਅਤੇ ਫਿਰ ਪਾਣੀ ਤਾਂ ਮਿਲ ਜਾਂਦਾ ਸੀ ਖੂਹਾਂ ਤੋਂ, ਪਰ ਖਾਣ ਨੂੰ ਲੰਗਰ ਨਹੀਂ ਸੀ ਮਿਲਦਾ। ਹੁਕਮ ਸੀ ਅਗਰਾਈ ਲੈ ਕੇ ਨਹੀਂ ਆਉਣੀ। ਪੱਲੇ ਜਿੰਨੇ ਪੈਸੇ ਮੱਥਾ ਟੇਕੇ ਸਨ, ਭੇਟਾ ਚੜ੍ਹੀ ਸੀ, 2.5-3 ਮਹੀਨੇ ਰਹਿ ਕੇ ਕਥਾ ਕੀਤੀ ਜਿਹੜੀ ਸੀ, ਉਹ ਉੱਥੇ ਹੀ ਮੱਥਾ ਟੇਕ ਆਏ ਸਨ। ਫਿਰ ਇੱਕ ਖੂਹ ਦੇ ਕੋਲ ਇਸ਼ਨਾਨ ਕੀਤਾ, ਪਾਣੀ ਛਕਿਆ, ਜਲ ਛਕਿਆ, ਅਤੇ ਉੱਥੋਂ ਉਹਨਾਂ ਨੂੰ ਇੱਕ ਥੈਲੀ ਮਿਲੀ ਜਿਹਦੇ ਵਿੱਚ 307 ਰੁਪਈਏ ਸਨ। ਉਹ ਥੈਲੀ ਚੁੱਕ ਕੇ ਆਸੇ ਪਾਸੇ ਵੇਖਿਆ, ਜਦੋਂ ਆਵਾਜ਼ ਮਾਰੀ ਕੋਈ ਨਾ ਲੱਭਿਆ, ਅਤੇ ਹੱਥ ਵਿੱਚ ਫੜ ਕੇ ਤੁਰ ਪਏ ਕਿ ਜਿਹਦੀ ਹੋਏਗੀ ਉਹ ਮੰਗ ਲਏਗਾ ਕਿ ਇਹ ਥੈਲੀ ਭਾਈ ਮੇਰੀ ਏ। 1.5-2 ਮੀਲ ਚੱਲਦੇ ਰਹੇ। ਫਿਰ ਸੱਚ ਪਾਤਸ਼ਾਹ ਜੀ ਜਨਾਇਆ ਮਨ ਦੇ ਵਿੱਚ ਕਿ ਜਿਸ ਤੂੰ ਪੈਸਿਆਂ ਦੀ ਗੱਲ ਕਰਦਾ ਸੀ, ਭੋਜਨ ਕਿੱਥੋਂ ਛਕਾਂ, ਲੰਗਰ ਕਿੱਥੋਂ ਛਕਾਂ, ਇਹ ਤਾਂ ਤੇਰੇ ਵਾਸਤੇ ਆ, ਕਿਸੇ ਦੀ ਡਿੱਗੀ ਹੋਈ ਨਹੀਂ ਗੀ। ਫਿਰ ਉਹਨਾਂ ਨੇ ਉਹਨੂੰ ਵਰਤਿਆ। ਇਸੇ ਤਰ੍ਹਾਂ ਹੀ ਬਾਬਾ ਦਰਬਾਰਾ ਸਿੰਘ ਜੀ ਦਾ ਕੱਲ੍ਹ ਮੈਂ ਜ਼ਿਕਰ ਕੀਤਾ ਸੀ, ਉਹ ਜਿਹੜੇ ਰਾਏਪੁਰ ਦੇ ਸਨ, ਉਹ ਚੜ੍ਹਾਈ ਕਰ ਚੁੱਕੇ ਨੇ ਬਾਬਾ ਦਰਬਾਰਾ ਸਿੰਘ ਜੀ। ਸਤਿਗੁਰੂ ਰਾਮ ਸਿੰਘ ਦਾ ਹੁਕਮਨਾਮਾ ਪਹਿਲਾਂ ਉਹ ਲੈ ਕੇ ਆਏ। ਬਹੁਤ ਅਨੰਨ ਸੇਵਕ ਸਨ ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਹਰੀ ਸਿੰਘ ਜੀ ਦੇ। ਉਹਨਾਂ ਦੀ ਸਿੰਘਣੀ ਜਿਹੜੀ ਸੀ, ਉਹਨਾਂ ਨੂੰ ਉਹ ਇੱਕ ਦਿਨ ਬਾਹਰ ਖੇਤਾਂ ਦੇ ਵਿੱਚ ਮੈਦਾਨ ਗਈ, ਉਹਨਾਂ ਨੂੰ 200 ਰੁਪਏ ਦੀ ਬਾਂਸਲੀ ਮਿਲੀ। 200 ਰੁਪਏ ਦੀ ਬਾਂਸਲੀ ਡਿੱਗੀ ਮਿਲੀ, ਉਹ ਚੁੱਕ ਲਈ।
ਚੁੱਕ ਕੇ ਹੱਥ 'ਚ ਫੜ ਲਈ। ਮਾਈ ਅੱਗੇ ਗਈ। ਅੱਗੇ ਜਾ ਕੇ ਊਠਾਂ ਵਾਲੇ ਸਨ ਕੋਈ ਸਰੀਰ, ਅਤੇ ਉਹ ਆਪਸ 'ਚ ਝਗੜਾ ਕਰਦੇ ਪਏ ਸਨ। ਮਾਈ ਨੇ ਪੁੱਛਿਆ ਕਿ ਕਿਉਂ ਝਗੜਾ ਕਰਦੇ ਹੋ? ਉਹ ਕਹਿੰਦੇ ਮਾਈ ਜਾ ਤੂੰ ਆਪਣਾ ਕੰਮ ਕਰ, ਤੈਨੂੰ ਕੀ ਪਤਾ ਅਸੀਂ ਕਿਹੜੀ ਗੱਲੋਂ ਝਗੜਾ ਕਰਦੇ ਪਏ ਹਾਂ। ਉਹ ਮਾਈ ਨੇ ਫਿਰ ਆਖਿਆ ਕਿ ਤੁਹਾਡੀ ਚੀਜ਼ ਡਿੱਗੀ ਹੈ? ਉਹ ਕਹਿੰਦੇ ਹਾਂ, 3 ਮਹੀਨਿਆਂ ਦੀ ਸਾਡੀ ਕਮਾਈ ਸੀ, 200 ਰੁਪਈਆ ਬਾਂਸਲੀ 'ਚ ਪਾਇਆ ਸੀ, ਉਹ ਸਾਡੀ ਗਵਾਚ ਗਈ, ਉਹ ਲੱਭਣ ਨਹੀਂ ਡਈ। ਅਤੇ ਅਸੀਂ ਉਹ ਆਪਸ 'ਚ ਇੱਕ ਦੂਜੇ ਤੋਂ ਸ਼ੱਕ ਕਰ ਰਹੇ ਸਨ, ਆਪਸ 'ਚ ਹੀ ਲੜ ਰਹੇ ਸਨ ਦੋਵੇਂ ਜਾਣੇ। ਮਾਈ ਨੇ ਕੱਢ ਕੇ ਉਹ ਜਿਹੜੀ ਬਾਂਸਲੀ ਸੀ ਉਹਨਾਂ ਨੂੰ ਦੇ ਦਿੱਤੀ ਕਿ ਆਹ ਤੁਹਾਡੇ ਨੇ, ਉੱਥੇ ਡਿੱਗੀ ਪਈ ਮੈਨੂੰ ਮਿਲੀ ਹੈ। ਬੜੇ ਖੁਸ਼ ਹੋਏ ਕਿ 3 ਮਹੀਨਿਆਂ ਦੀ ਕਮਾਈ ਵਾਪਸ ਮਿਲ ਗਈ ਸਾਨੂੰ। ਫਿਰ ਉਹਦੇ ਵਿੱਚੋਂ 10 ਰੁਪਏ ਕੱਢ ਕੇ ਮਾਈ ਨੂੰ ਦੇਣ ਲੱਗੇ। ਮਾਈ ਕਹਿੰਦੀ ਜੇ ਮੈਂ ਰੱਖਣੇ ਸਨ ਤਾਂ ਮੈਂ ਸਾਰੇ ਹੀ ਰੱਖ ਲੈਣੇ ਸਨ, ਮੈਂ ਤੁਹਾਡੇ ਦਸਾਂ ਨੂੰ ਕੀ ਕਰਾਂ, ਮੈਨੂੰ ਨਹੀਂ ਲੋੜ ਤੁਹਾਡੇ ਪੈਸੇ ਦੀ, ਤੁਹਾਡੇ ਨੇ, ਤੁਸੀਂ ਰੱਖੋ। ਐਸਾ ਕਿਰਦਾਰ ਸੀ ਸਿੱਖਾਂ ਦਾ। ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਮਾਈ ਨੇ ਇਸ ਤਰ੍ਹਾਂ ਕੀਤਾ। ਪਿੰਡ ਵਾਲੇ ਆਖਣ ਲੱਗੇ, ਹੈ ਕਮਲੀ, ਤੇਰੇ ਸਿਰ ਕਰਜ਼ਾ ਸੀ ਤੇ ਆਪਣਾ ਕਰਜ਼ਾ ਲਾ ਲੈਂਦੀ। ਉਹ ਕਹਿੰਦੀ ਮੈਂ ਹੁਣ ਚੋਰੀ ਦੇ ਪੈਸਿਆਂ ਨਾਲ ਕਰਜ਼ਾ ਲਾਵਾਂ ਆਪਣਾ। ਜਦੋਂ ਉਹਨੇ ਸਤਿਗੁਰੂ ਹਰੀ ਸਿੰਘ ਜੀ ਨੂੰ ਆਣ ਕੇ ਬਚਨ ਸੁਣਾਇਆ, ਸੱਚ ਪਾਤਸ਼ਾਹ ਬੜੇ ਖੁਸ਼ ਹੋਏ। ਸੱਚ ਪਾਤਸ਼ਾਹ ਜੀ ਇੱਕ ਹੋਰ ਬਚਨ ਸੁਣਾਇਆ ਸਤਿਗੁਰੂ ਹਰੀ ਸਿੰਘ ਜੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਅਸੀਂ ਬਾਹਰ ਦੌਰੇ 'ਤੇ ਗਏ ਸੀ। ਫਤਿਹ ਸਿੰਘ ਚੀਮਾ ਜਿਹੜਾ ਸੀ ਚੀਮੇ ਪਿੰਡ ਦਾ ਫਤਿਹ ਸਿੰਘ, ਉਹ ਸਾਡੇ ਕੋਲ ਆਇਆ। ਉਹਨੇ ਆਣ ਕੇ 50 ਰੁਪਏ ਦੇ ਸੋਨੇ ਲਿਆ ਕੇ ਮੇਰੇ ਅੱਗੇ ਮੱਥਾ ਟੇਕੇ ਅਤੇ ਮੈਨੂੰ ਕਹਿਣ ਲੱਗਾ ਜੀ ਇਹ ਕਿਸੇ ਦੇ ਡਿੱਗੇ ਪਏ ਸੀ ਅਤੇ ਇਹ ਉਹ ਲੱਭੇ ਨੇ ਮੈਨੂੰ, ਅਤੇ ਮੈਂ ਤੁਹਾਡੇ ਚਰਨਾਂ 'ਚ ਰੱਖੇ। ਸੱਚ ਪਾਤਸ਼ਾਹ ਜੀ ਬਚਨ ਕੀਤਾ। ਕਾਲੂ ਵਾਲੀਏ ਦਾ ਸਰਦਾਰ ਹਰੀ ਸਿੰਘ ਆਇਆ ਮੇਰੇ ਕੋਲ, ਉਹਨੇ ਮੈਨੂੰ ਆਣ ਕੇ ਆਖਿਆ ਜੀ ਇਹ ਤਾਂ ਮੇਰੇ ਨੇ, ਇਹ ਸੋਨਾ ਮੇਰਾ ਡਿੱਗਾ ਹੋਇਆ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਉਹਨੂੰ ਦੇ ਦਿੱਤੇ। ਇਸ ਤਰ੍ਹਾਂ ਜਿਹੜੇ ਸਿੱਖ ਸਨ, ਜਦੋਂ ਉਹਨਾਂ ਨੂੰ ਕੋਈ ਚੀਜ਼ ਮਿਲ ਜਾਂਦੀ ਸੀ ਜਿਹੜੀ ਪਰਾਇਆ ਧਨ ਸੀ, ਉਹ ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕ ਦਿੰਦੇ ਸੀ, ਜਾਂ ਜਾ ਕੇ ਉਹ ਲੱਭਦੇ ਸੀ ਕਿ ਜਿਹਦੀ ਹੈਗੀ ਉਹਦੇ ਤੱਕ ਪਹੁੰਚਾ ਦਿੱਤੀ ਜਾਵੇ। ਉਹ ਵਰਤਦੇ ਨਹੀਂ ਸਨ। ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਸਾਡੇ ਮਨ ਜਿਹੜੇ ਨੇ ਉਹ ਇੰਨੇ ਸ਼ੁੱਧ ਹੋ ਜਾਣ ਕਿ ਸਾਡਾ ਸੱਚ ਪਾਤਸ਼ਾਹ ਜੀ ਸਾਗੂ ਰਾਮ ਸਿੰਘ ਜੀ ਬਚਨ ਕੀਤਾ ਸੀ, ਮੇਰੇ ਸਿੱਖ ਇਸ ਤਰ੍ਹਾਂ ਦੇ ਹੋ ਜਾਣਗੇ, ਮੋਹਰਾਂ ਦੇ ਉੱਤੋਂ ਦੀ ਤੁਰ ਕੇ ਲੰਘ ਜਾਣਗੇ। ਉਹ ਨਹੀਂ ਭਰਮਣਗੇ, ਉਹ ਨਹੀਂ ਵੇਖਣਗੇ ਉਹਨਾਂ ਮੋਹਰਿਆਂ ਨੂੰ, ਉਹਨਾਂ 'ਤੇ ਉਹ ਲੁਭਾਏਮਾਨ ਨਹੀਂ ਹੋਣਗੇ, ਮੋਹਰਾਂ 'ਤੇ ਪੈਸੇ ਦੇ ਮਗਰ ਨਹੀਂ ਭੱਜਣਗੇ, ਸਿੱਖੀ ਨੂੰ ਫੜ ਕੇ ਰੱਖਣਗੇ। ਉਹ ਇਹ ਉਹੀ ਸਿੱਖ ਨੇ, ਉਸੇ ਤਰ੍ਹਾਂ ਦੀ ਬਖਸ਼ਿਸ਼ ਹੈ। ਭੈਣੀ ਸਾਹਿਬ, ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ, ਵੀ ਸਭ ਨੇ ਸੁਣਿਆ ਹੋਏਗਾ ਵੀ ਨਾਮਧਾਰੀ ਪੰਥ ਵਿੱਚ 3 ਕੇਸਰ ਜੀ ਹੋਏ ਨੇ। 3 ਕੇਸਰ, ਕੇਸਰ ਸਿੰਘ ਜੀ ਚਮਿੰਡੇ ਵਾਲੇ, ਚੁੱਪ ਅਤੇ ਕੇਸਰ ਕਿੱਲੀ। ਸੇਖਵਾਂ ਵਾਲੇ ਜਾਂ ਚਮਿੰਡੇ ਵਾਲੇ ਮੈਨੂੰ ਹੁਣ ਇਹ ਯਾਦ ਨਹੀਂ। ਚਮਿੰਡੇ ਵਾਲੇ ਮੈਂ ਕਿਸੇ ਦਿਨ ਉਹਨਾਂ ਦਾ ਜੀਵਨ ਸਾਧ ਸੰਗਤ ਦੇ ਸਾਹਮਣੇ ਰੱਖਾਂਗਾ। ਉਹ ਬੜਾ ਹੀ ਵਧੀਆ ਜੀਵਨ ਹੈ ਤਿੰਨਾਂ ਸਿੱਖਾਂ ਦਾ। ਮੈਂ ਅੱਜ ਬੇਨਤੀ ਕਰ ਰਿਹਾ, ਕੇਸਰ ਸਿੰਘ ਜੀ ਸੇਖਵਾਂ ਦੇ ਹੋਏ ਸਨ, ਇੱਕ ਬੜੀ ਕਰਨੀ ਵਾਲੇ ਸਨ, ਉਹ ਵੀ ਬੜੀ ਬਖਸ਼ਿਸ਼ ਸੀ ਉਹਨਾਂ 'ਤੇ। ਇੱਕ ਗੁੱਜਰਾਂ ਵਾਲੇ ਤੋਂ ਕੇਸਰੋ ਸੀ ਬੀਬੀ, ਉਹਦੇ ਘਰ ਵਾਲੇ ਦਾ ਨਾਂ ਅਮਰ ਸਿੰਘ ਸੀ। ਉਹਨਾਂ ਦੇ ਘਰ ਪੁੱਤਰ ਨਹੀਂ ਸੀ ਹੈਗਾ, ਅਤੇ ਉਹ ਬੀਬੀ ਸੀ ਸੰਤ ਕੇਸਰ ਸਿੰਘ ਜੀ ਦੀ ਬਹੁਤ ਸੇਵਾ ਕਰਦੀ ਸੀ। ਕੇਸਰ ਸਿੰਘ ਜੀ ਦੀ ਇੰਨੀ ਸੇਵਾ ਕਰਦੀ ਸੀ, ਇਹ ਸੇਖਵਾਂ ਵਾਲੇ ਕੇਸਰ ਸਿੰਘ ਜੀ ਨੇ, ਇਹਨਾਂ ਦੀ ਬਹੁਤ ਸੇਵਾ ਕਰਦੀ। ਕੇਸਰ ਸਿੰਘ ਜੀ ਭੈਣੀ ਸਾਹਿਬ ਆਏ, ਉਹ ਬੀਬੀ ਵੀ ਮਗਰ ਭੈਣੀ ਸਾਹਿਬ ਆ ਗਈ। ਭੈਣੀ ਸਾਹਿਬ ਆਈ ਮਗਰ, ਅਤੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਨੂੰ ਪੁੱਤਰ ਮਿਲੇ, ਮੇਰੇ ਘਰ ਪੁੱਤਰ ਹੋਵੇ। ਜਦੋਂ ਇਸ ਤਰ੍ਹਾਂ ਦੀ ਮਨ ਦੀ ਭਾਵਨਾ ਸੀ, ਅਤੇ ਮਾਈ ਜੀਵਨ ਕੌਰ ਜੀ, ਮਾਤਾ ਜੀਵਨ ਕੌਰ ਜੀ ਆਖਿਆ ਕਿ ਪੁੱਤਰ ਲੈਣ ਆਈ ਹੈ ਅਤੇ ਬੈਠੀ ਤੂੰ ਉਹ ਜਿੱਥੇ ਕੇਸਰ ਸਿੰਘ ਜੀ ਸਨ, ਰਾਤ ਉਹਨਾਂ ਦੇ ਕੋਲ ਹੀ ਬਹਿ ਕੇ ਉਹਨਾਂ ਦੀ ਸੇਵਾ ਕਰਦੀ ਰਹੀ, ਕਿਉਂਕਿ ਉਪਾਸ਼ਕ ਕੇਸਰ ਸਿੰਘ ਜੀ ਦੀ ਸੀ ਉਹ। ਅਤੇ ਮਾਈ ਜੀ ਕਹਿੰਦੇ ਫਿਰ ਲੈ ਲਈ, ਜਾ ਕੇ ਕੇਸਰ ਤੋਂ ਹੀ ਲੈ ਲਈ ਪੁੱਤਰ, ਤੈਨੂੰ ਮਿਲ ਜਾਏਗਾ। ਉਹਨਾਂ ਨੇ ਮਿਹਣਾ ਮਾਰਿਆ। ਉਹ ਮਾਈ ਜਿਹੜੀ ਸੀ ਉਹ ਉਸੇ ਵੇਲੇ ਭੱਜੀ ਆਈ, ਅਤੇ ਉਹਨੇ ਆਣ ਕੇ ਸਤਿਗੁਰੂ ਹਰੀ ਸਿੰਘ ਚਰਨਾਂ 'ਚ ਅਰਜ਼ ਕੀਤੀ ਕਿ ਮਾਈ ਨੇ ਮੈਨੂੰ ਮਿਹਣਾ ਮਾਰਿਆ, ਮੈਂ ਪੁੱਤਰ ਲੈਣ ਆਈ ਸੀ। ਉਹ ਮਾਤਾ ਫਤਿਹ ਕੌਰ ਜੀ ਨੇ ਮਿਹਣਾ ਮਾਰਿਆ, ਮੈਂ ਪੁੱਤਰ ਲੈਣ ਆਈ ਸੀ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਅਤੇ ਮਾਈ ਨੇ ਮੈਨੂੰ ਆਖਿਆ ਸੰਤਾਂ ਕੋਲੋਂ ਲੈ ਲਈ, ਅਤੇ ਮੈਂ ਤਾਂ ਤੁਹਾਡੇ ਕੋਲ ਆਈ ਹਾਂ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਰਾਗਾ ਸਿੰਘ ਨੂੰ, ਰਾਗਾ ਸਿੰਘ ਦੇ ਪੁੱਤਰ ਇਹਨੂੰ। ਰਾਗਾ ਸਿੰਘ ਨੇ ਆਖਿਆ ਜੀ ਆਪ ਜੀ ਦੀ ਕਿਰਪਾ ਦੇ ਨਾਲ ਮਾਈ ਦੇ ਘਰ ਪੁੱਤਰ ਹੋਵੇ। ਸਾਲ ਬਾਅਦ ਪੁੱਤਰ ਹੋਇਆ। ਸਤਿਗੁਰੂ ਹਰੀ ਸਿੰਘ ਜੀ ਅੰਮ੍ਰਿਤਸਰ ਦੌਰੇ 'ਤੇ ਗਏ, ਦਰਸ਼ਨ ਦਿੱਤੇ ਜਦੋਂ,
ਅਤੇ ਜਿਹੜਾ ਅਮਰ ਸਿੰਘ ਸੀ ਇਸ ਮਾਈ ਦਾ ਘਰ ਵਾਲਾ, ਉਹਨੇ ਆਣ ਕੇ ਸੰਤ ਕੇਸਰ ਸਿੰਘ ਜੀ ਨੂੰ ਲੈ ਗਿਆ ਅਤੇ ਨਾਲੇ ਆਖਿਆ ਕਿ ਇਹ ਪੁੱਤਰ ਕੇਸਰ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਇਆ। ਘਰੇ ਲੈ ਜਾ ਕੇ ਬੜੀ ਸੇਵਾ ਕੀਤੀ ਕੇਸਰ ਸਿੰਘ ਜੀ ਦੀ, ਅਤੇ ਸਤਿਗੁਰੂ ਹਰੀ ਸਿੰਘ ਜੀ ਦਾ ਉਹਨੇ ਇੱਕ ਵਾਰੀ ਧੰਨਵਾਦ ਬਣਾ ਕੀਤਾ। ਥੋੜ੍ਹਾ ਟਾਈਮ ਲੰਘਿਆ, ਉਹਦਾ ਪੁੱਤਰ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਜਦੋਂ ਖੂਹ 'ਚ ਡਿੱਗ ਗਿਆ, ਪੁੱਤਰ ਚੜ੍ਹਾਈ ਕਰ ਗਿਆ, ਉਹ ਮਾਈ ਜਿਹੜੀ ਸੀ ਉਹ ਫਿਰ ਬਈ ਰੋਈ ਆਣ ਕੇ। ਫਿਰ ਉਹ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਆਈ। ਉਹਨੇ ਆਣ ਕੇ ਅਰਜ਼ ਕੀਤੀ, ਜੀ ਕਿਰਪਾ ਕਰੋ, ਮੇਰੇ ਘਰ ਪੁੱਤਰ ਹੋਵੇ, ਮੇਰੇ ਤੋਂ ਗਲਤੀ ਹੋ ਗਈ ਹੈ। ਪੁੱਤਰ ਤੇ ਆਪ ਜੀ ਨੇ ਦਿੱਤਾ ਸੀ। ਫਿਰ ਸੱਚ ਪਾਤਸ਼ਾਹ ਜੀ ਕਿਰਪਾ ਕੀਤੀ, ਸੱਚ ਭਾਵ ਕੀਤਾ ਕੋਈ ਗੱਲ ਨਹੀਂ, ਪੁੱਤਰ ਹੋ ਜਾਏਗਾ, ਜਿਉਣਾ ਜਾਗਣਾ ਹੋਵੇਗਾ। ਕਿਉਂ ਭਾਵ ਉਹ ਮਰੇਗਾ ਨਹੀਂ, ਉਹ ਜਿਉਂਦਾ ਜਾਗਦਾ ਰਹੇਗਾ। ਫਿਰ ਦੁਬਾਰਾ ਉਹਦੇ ਘਰ ਪੁੱਤਰ ਹੋਇਆ। ਇਸੇ ਤਰ੍ਹਾਂ ਸਿੱਖ ਜਿਹੜੇ ਨੇ ਉਹ ਗਲਤੀਆਂ ਵੀ ਕਰਦੇ ਨੇ ਭਾਵੇਂ, ਪਰ ਸੱਚ ਪਾਤਸ਼ਾਹ ਜੀ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ, ਆਪਣੇ ਚਰਨਾਂ ਵਿੱਚ ਸਿੱਖਾਂ ਨੂੰ ਫਿਰ ਨਵਾਜਦੇ ਨੇ। ਸਾਧ ਸੰਗਤ ਜੀ, ਅਸੀਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੋਲ ਰਹਿ ਕੇ ਇਸ ਤਰ੍ਹਾਂ ਦਾ ਬੜਾ ਸਮਾਂ ਵੇਖਿਆ। ਭੈਣੀ ਸਾਹਿਬ ਵਿੱਚ ਰਹਿ ਕੇ ਵੀ ਕਈ ਸਿੱਖਾਂ ਨੇ ਆਉਣਾ, ਉਹਨਾਂ ਨੇ ਆਣ ਕੇ, ਮੈਂ ਸੰਤਾਂ ਦਾ ਨਾਂ ਨਹੀਂ ਲੈਂਦਾ, ਉਹਨਾਂ ਨੇ ਆਣ ਕੇ ਭੈਣੀ ਸਾਹਿਬ ਸੰਤਾਂ ਦੇ ਦਰਸ਼ਨ ਕਰਕੇ ਚਲੇ ਜਾਣਾ ਹੈ। ਭਾਵੇਂ ਸੱਚ ਪਾਤਸ਼ਾਹ ਦੇ ਦਰਸ਼ਨ ਹੋਣ ਨਾ ਹੋਣ, ਇਸ ਗੱਲ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਉਹ ਇਹ ਸੋਚਦੇ ਸੀ ਵੀ ਜੇ ਸੰਤਾਂ ਦੇ ਦਰਸ਼ਨ ਹੋ ਗਏ ਨੇ ਤਾਂ ਸਾਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ। ਸਾਧ ਸੰਗਤ ਜੀ, ਕੁਝ ਵੀ ਨਹੀਂ ਪ੍ਰਾਪਤ ਹੁੰਦਾ ਇਸ ਤਰ੍ਹਾਂ ਜਦੋਂ ਤੁਸੀਂ ਸਤਿਗੁਰ ਦਾ ਲੜ ਛੱਡ ਦੋਗੇ। ਮੈਨੂੰ ਯਾਦ ਆ, ਪਿਤਾ ਜੀ ਦੱਸਦੇ ਹੁੰਦੇ ਨੇ ਵੀ ਇੱਕ ਦਿਨ ਮੈਂ, ਸ਼ਾਇਦ ਵਿਆਹ ਹੋਇਆ ਹੀ ਸੀ ਹਲੇ ਜਾਂ ਨਹੀਂ ਸੀ ਹੋਇਆ, ਅਤੇ ਮੈਂ ਸੰਤਾਂ ਕੋਲ ਗਿਆ ਅਤੇ ਜਾ ਕੇ ਉਹਨਾਂ ਨੂੰ ਆਖਿਆ ਵੀ ਸੰਤ ਜੀ ਮੈਂ ਠੀਕ ਨਹੀਂ ਰਹਿੰਦਾ, ਮੇਰੀ ਸਿਹਤ ਢਿੱਲੀ ਰਹਿੰਦੀ ਹੈ। ਵਿਆਹ ਹੋ ਗਿਆ ਸੀ ਅਤੇ ਸੰਤਾਂ ਨੇ ਅੱਗੋਂ ਕੀ ਕੀਤਾ ਕਿ ਅੱਗੋਂ ਮੁੱਠੀ ਬੰਦ ਕਰਕੇ ਅਤੇ ਆਖਿਆ ਵੀ ਆਹ ਤੇਰੀ ਬਿਮਾਰੀ ਮੈਂ ਆਪਣੀ ਮੁੱਠੀ ਵਿੱਚ ਫੜ ਲਈ ਹੈ ਅਤੇ ਤੂੰ ਠੀਕ ਹੋ ਗਿਆ, ਠੀਕ ਹੋ ਜਾਏਗਾ ਹੁਣ। ਪਿਤਾ ਜੀ ਕਹਿੰਦੇ ਮੇਰੇ ਮਨ 'ਚ ਆਇਆ ਵੀ ਜੇ ਸੰਤਾਂ ਨੇ ਮੁੱਠੀ 'ਚ ਫੜ ਲਈ, ਸੰਤਾਂ ਨੇ ਆਖਿਆ ਵੀ ਮੈਂ ਫੜ ਲਈ, ਮੈਂ ਹੀ ਠੀਕ ਕਰਨਾ ਹੈ, ਸੱਚ ਪਾਤਸ਼ਾਹ ਦਾ ਨਾਮ ਨਹੀਂ ਲਿਆ, ਅਤੇ ਜੇ ਸੱਚ ਪਾਤਸ਼ਾਹ ਜੀ ਦੀ ਰਜਾ ਨਹੀਂ ਮੈਨੂੰ ਠੀਕ ਕਰਨ ਦੀ ਤਾਂ ਮੈਂ ਨਹੀਂ ਹੋਣਾ, ਮੈਂ ਸੰਤਾਂ ਦੇ ਆਖਿਆ ਨਹੀਂ ਠੀਕ ਹੋਣਾ, ਮੈਂ ਉੱਦਾਂ ਹੀ ਠੀਕ ਹਾਂ। ਫਿਰ ਮੈਂ ਜੇ ਠੀਕ ਹੋਣਾ ਹੈ ਤਾਂ ਮੈਂ ਸੱਚ ਪਾਤਸ਼ਾਹ ਦੇ ਹੁਕਮ ਨਾਲ ਠੀਕ ਹੋਵਾਂ, ਮੈਂ ਇੱਦਾਂ ਠੀਕ ਨਹੀਂ ਹੋਣਾ। ਸਾਧ ਸੰਗਤ ਜੀ, ਇਹ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਜਦੋਂ ਸਾਡਾ ਮਨ ਲਾਂਭੇ ਭੱਜ ਜਾਂਦਾ ਹੈ ਨਾ, ਇੱਧਰ ਉੱਧਰ ਭਟਕਣ ਲੱਗ ਜਾਂਦਾ ਹੈ, ਅਤੇ ਫਿਰ ਸਾਨੂੰ ਕੁਝ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਪਿਤਾ ਜੀ ਦੀ ਸਿਹਤ ਬਹੁਤ ਢਿੱਲੀ ਰਹਿੰਦੀ ਸੀ। ਅੱਜ ਵੀ ਜਿਹੜਾ ਉਹ ਸਿਹਤ ਜਿਹੜੀ ਹੈ, ਲੀਵਰ ਵੀ ਕੰਮ ਨਹੀਂ ਕਰਦਾ ਚੰਗੀ ਤਰ੍ਹਾਂ। ਕਈ ਵਾਰ 2-2 ਦਿਨ ਪ੍ਰਸ਼ਾਦਾ ਨਹੀਂ ਛਕਦੇ ਕਿ ਮੇਰਾ ਲੀਵਰ ਨਹੀਂ ਕੰਮ ਕਰਦਾ, ਮੈਨੂੰ ਭੁੱਖ ਹੀ ਨਹੀਂ ਲੱਗਦੀ। ਸਤਿਗੁਰੂ ਜਗਜੀਤ ਸਿੰਘ ਜੀ, ਇਹ ਭਾਵਨਾ ਦੀ ਗੱਲ ਹੈ। ਪਿਤਾ ਜੀ ਤੋਂ ਜਵਾਨ, ਪਿਤਾ ਜੀ ਤੋਂ ਛੋਟੀ ਉਮਰ ਦੇ, ਸਰੀਰ ਵੀ ਬਹੁਤ ਵਧੀਆ ਤਾਕਤਵਰ, ਚੰਗੇ ਭਲੇ ਛਕਦੇ ਛਕਾਉਂਦੇ, ਚੜ੍ਹਾਈ ਵੀ ਕਰ ਗਏ, ਬਿਮਾਰੀਆਂ ਦੇ ਵੱਸ ਪੈ ਕੇ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਦਿਨ ਪਿਤਾ ਜੀ ਨੂੰ ਬਚਨ ਕੀਤਾ ਸੀ ਕਿ ਤੂੰ ਬਹੁਤਿਆਂ ਨਾਲੋਂ ਠੀਕ ਹੈ। ਸੱਚ ਭਾਅ ਇੱਕ ਦਿਨ ਬਚਨ ਕੀਤਾ, ਮੈਂ ਬਚਨ ਕੀਤਾ, ਘੋੜਿਆਂ ਦਾ ਵਰਦਾਨ ਦਿੱਤਾ। ਸੱਚ ਭਾਅ ਕੀਤਾ, ਮੈਂ ਖੋਥੇ ਅਤੇ ਘੋੜੇ ਇੱਕ ਬਰਾਬਰ ਨਹੀਂ ਕਰਨੇ, ਪਿਤਾ ਜੀ ਨੂੰ ਵੱਖਰਾ ਕਰਕੇ ਘੋੜਿਆਂ ਦਾ ਵਰਦਾਨ ਦਿੱਤਾ। ਇਹ ਸਤਿਗੁਰੂ, ਕਿਉਂਕਿ ਤੁਹਾਡੀ ਜਦੋਂ ਭਾਵਨਾ ਸਤਿਗੁਰੂ ਪ੍ਰਤੀ ਸਮਰਪਿਤ ਹੋ ਜਾਓਗੇ, ਉਸ ਤੋਂ ਬਾਅਦ ਉਹਦਾ ਇੱਕੋ ਹੀ ਫਲ ਆ ਜਿਹੜਾ ਸੱਚ ਪਾਤਸ਼ਾਹ ਜੀ ਕਿਰਪਾ ਕਰਕੇ ਬਾਅਦ 'ਚ ਦਿੱਤਾ। ਉਹ ਵਰਦਾਨ ਦਿੱਤੇ, ਉਹਨਾਂ ਦੇ ਸੱਚ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਸਰੀਰ ਚੱਲਿਆ ਹੁੰਦਾ ਹੈ। ਕਿ ਜਦੋਂ ਘਰ 'ਚ ਅਸੀਂ ਦੇਖਦੇ ਹਾਂ ਕਈ ਵਾਰ ਵੀ ਸਰੀਰ ਵੀ ਇੰਨਾ ਕਮਜ਼ੋਰ ਆ ਅਤੇ ਛਕਣਾ ਵੀ ਕੁਝ ਨਹੀਂ, ਪਰ ਇਹ ਸਿਰਫ ਸੱਚ ਪਾਤਸ਼ਾਹ ਦੀ ਬਖਸ਼ਿਸ਼ ਆ, ਉਹਨਾਂ ਦੇ ਵਰਦਾਨ ਨੇ ਜਿਹੜੇ, ਉਹਨਾਂ ਨਾਲ ਚੱਲਿਆ ਹੁੰਦਾ ਹੈ। ਇੱਕ ਵਰਦਾਨ ਸਤਿਗੁਰੂ ਉਦੈ ਸਿੰਘ ਜੀ ਵੀ ਦੇ ਦਿੱਤਾ। ਜਦੋਂ ਆਪਾਂ ਇੱਥੇ ਕੈਟਸਕਿਲ ਗਏ ਸੀ, 2016 'ਚ ਸ਼ਾਇਦ ਗਏ ਸੀਗੇ, ਕੈਟਸਕਿਲ ਗਏ, ਉੱਥੇ ਪ੍ਰੋਗਰਾਮ ਚੱਲਦਾ ਪਿਆ, ਸੰਗਤ ਸਾਰੀ ਟਰੈਕਿੰਗ ਕਰਦੀ ਪਈ, ਪਹਾੜਾਂ ਵਿੱਚ ਜਾ ਰਹੇ ਸੀਗੇ, ਇੱਕ ਝਰਨਾ ਵੇਖਣ ਜਾਣਾ ਸੀ। ਅਤੇ ਮੈਂ ਉੱਥੇ ਨਾ ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ, ਮੈਂ ਕਿਹਾ ਜੀ ਮੈਂ ਨਾ 3-4 ਦਿਨ ਪਹਿਲਾਂ ਹੀ ਇਹ ਜਗ੍ਹਾ ਦਾ ਦੇਖਣ ਆਇਆ ਸੀ ਵੀ ਇੱਥੇ ਜਗ੍ਹਾ ਕਿਸ ਤਰ੍ਹਾਂ ਆ, ਸਾਧ ਸੰਗਤ ਨੇ ਆਉਣਾ ਹੈ, ਆਪ ਜੀ ਨੇ ਆਉਣਾ ਹੈ, ਅਤੇ ਮੈਂ 3-4 ਦਿਨ ਹੀ ਪਹਿਲਾਂ ਜਗ੍ਹਾ ਵੇਖ ਕੇ ਗਿਆ, ਵੀ ਸਾਰਾ ਟਰੈਕ ਵੇਖ ਕੇ ਚੈੱਕ ਕਰਕੇ ਗਿਆ ਜੀ ਮੈਂ। ਅਤੇ ਇੱਥੇ ਮੈਂ ਜਦੋਂ ਆਇਆ ਸੀ ਨਾ ਜੀ, ਉਦੋਂ ਇੱਥੇ ਮੈਂ ਡਰਦੇ ਨੇ ਮੈਂ 60-65 ਸਾਲ ਆਖਿਆ, ਪਰ ਉਹ ਹੈ ਇੱਦੋਂ ਵੱਡੀ ਉਮਰ ਦੇ ਸਨ ਬਜ਼ੁਰਗ। ਮੈਂ ਕਿਹਾ ਜੀ 60-65 ਸਾਲ ਦੀ ਉਮਰ ਦੇ ਬਜ਼ੁਰਗ ਇੱਥੇ ਤੁਰੇ ਫਿਰਦੇ ਸਨ, ਅਤੇ ਆ ਜਿਹੜੀਆਂ ਉਬੜ ਖੁੱਬੜ ਜਿਹਾ ਰਸਤਾ ਆ, ਜਿੱਥੇ ਨੌਜਵਾਨ ਨੂੰ ਵੀ ਤੁਰਨਾ ਔਖਾ ਹੋਇਆ ਪਿਆ। ਸਾਡੀਆਂ ਲੱਤਾਂ ਫੁੱਲ ਗਈਆਂ ਸੀ ਬੜਿਆਂ ਦੀਆਂ, ਉਹ
ਕਾਫੀ ਤੁਰਨਾ ਪਿਆ ਸਾਨੂੰ ਉੱਥੇ। ਉਹ ਦਿਨ ਉੱਚਾ ਨੀਵਾਂ ਇਲਾਕਾ ਸੀ। ਸੱਚ ਪਾਤਸ਼ਾਹ ਜੀ ਬਚਨ ਕੀਤਾ ਅੱਗੋਂ, ਸੱਚ ਭਾਵ ਕੀਤਾ, ਤੇਰੇ ਪਿਤਾ ਜੀ ਅਤੇ ਮੈਂ ਦੋਵੇਂ 60 ਸਾਲ ਦੇ ਹਾਂ, ਤੂੰ ਸਾਨੂੰ ਬਜ਼ੁਰਗ ਸਮਝਦਾ ਆ। ਇਹ ਇਸ ਤਰ੍ਹਾਂ ਬਖਸ਼ਿਸ਼ ਸੱਚ ਪਾਤਸ਼ਾਹ ਜੀ ਵੀ ਕੀਤੀ, ਸਤਿਗੁਰੂ ਉਦੇ ਸਿੰਘ ਜੀ। ਮੈਂ ਇੰਨੀ ਅਰਜ਼ੀ ਕਰਦਾ ਕਿ ਜਿਹੜੇ ਮੈਂ ਬੜੇ ਸਰੀਰਾਂ ਨੂੰ ਵੇਖਿਆ, ਉਹ ਪਹਿਲਾਂ ਭੈਣੀ ਸਾਹਿਬ ਆਉਂਦੇ ਹੁੰਦੇ ਸੀ, ਹੁਣ ਉਹ ਸੰਤ ਚੜ੍ਹਾਈ ਕਰ ਗਏ ਭੈਣੀ ਸਾਹਿਬੋਂ ਸੰਤ ਚੜ੍ਹਾਈ ਕਰ ਗਏ, ਅਤੇ ਅੱਜ ਕੱਲ੍ਹ ਸਸਰਾਲੀ ਕਲੋਨੀ ਵਿੱਚ ਉਹ ਜਾਣ ਲੱਗ ਗਏ ਨੇ। ਭੈਣੀ ਸਾਹਿਬ ਬਹੁਤ ਘੱਟ ਗਿਆ ਉਹਨਾਂ ਦਾ ਆਉਣਾ, ਸਸਰਾਲੀ ਕਲੋਨੀ ਜਾਣ ਲੱਗ ਗਏ। ਸਾਧ ਸੰਗਤ ਜੀ, ਇਹਦੇ ਵਿੱਚ ਸਿਰਫ ਇੰਨੀ ਸਮਝਣ ਵਾਲੀ ਗੱਲ ਆ ਕਿ ਜਦੋਂ ਅਸੀਂ ਬਾਜ਼ਾਰ ਵਿੱਚ ਜਾਂਦੇ ਹਾਂ, ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਬਾਜ਼ਾਰ ਵਿੱਚ ਜਾਈਏ ਤਾਂ ਅਸੀਂ ਸੋਚਦੇ ਹਾਂ ਸਾਨੂੰ ਚੀਜ਼ ਸਸਤੀ ਮਿਲ ਜਾਵੇ। ਇੱਕ ਰਿਟੇਲਰ ਹੁੰਦਾ, ਇੱਕ ਹੋਲਸੇਲਰ ਹੁੰਦਾ ਹੈ। ਸੱਚ ਪਾਤਸ਼ਾਹ ਜੀ ਇਸ ਤਰ੍ਹਾਂ ਪ੍ਰਮਾਣ ਦਿੱਤਾ ਹੈ, ਹੁਕਮ ਕਰਦੇ ਨੇ ਕਿ ਜੇ ਸਾਨੂੰ ਪਤਾ ਲੱਗ ਜਾਵੇ ਵੀ ਆਹੀ ਚੀਜ਼ ਜਿਹੜੀ ਉਹ ਇੰਨੀ ਸਸਤੀ ਹੋਲਸੇਲਰ ਕੋਲੋਂ ਜਾ ਕੇ ਮਿਲ ਜਾਏਗੀ, ਅਤੇ ਫਿਰ ਅਸੀਂ ਰਿਟੇਲਰ ਕੋਲ ਲੈਣ ਨਹੀਂ ਜਾਂਦੇ। ਜਿਹੜੀ ਦਾਤ ਉਹ ਸੰਤਾਂ ਨੇ ਸਾਨੂੰ ਲੈ ਕੇ ਦੇਣੀ, ਜਿੱਥੋਂ ਲੈ ਕੇ ਦੇਣੀ, ਜੇ ਸਾਨੂੰ ਉਸ ਥਾਂ ਦਾ ਪਤਾ ਲੱਗ ਜੇ, ਫਿਰ ਅਸੀਂ ਸੰਤਾਂ ਕੋਲ ਕਿਉਂ ਜਾਣਾ ਹੈ। ਇਤਨੀ ਗੱਲ ਆ ਕਿ ਇਹ ਸਾਨੂੰ ਵੀ ਪਤਾ ਹੈ ਕਿ ਅਸਲੀ ਦਾਤ ਕਿੱਥੋਂ ਮਿਲਣੀ ਹੈ। ਸੰਤਾਂ ਕੋਲ ਕਿੱਥੋਂ ਤਾਕਤ ਆਈ। ਸੰਤਾਂ ਨੂੰ ਉਹੀ ਭਜਨ ਦਿੱਤਾ ਜਿਹੜਾ ਸਾਡੇ ਕੋਲ ਆ। ਸੰਤ ਵੀ ਉਹੀ ਗੁਰਬਾਣੀ ਦਾ ਪਾਠ ਕਰਦੇ ਜਿਹੜਾ ਸਾਡੇ ਕੋਲ ਬਾਣੀ ਹੈ। ਸਿਰਫ ਇੰਨਾ ਕਿ ਅਸੀਂ ਆਪਣਾ ਨਿੱਤ ਕਰਮ ਛੱਡ ਚੁੱਕੇ ਹਾਂ। ਅਸੀਂ ਭਜਨ ਬਾਣੀ ਆਪ ਨਹੀਂ ਕਰਦੇ। ਫਿਰ ਜੇ ਸਾਡੇ ਨਾਲ ਕੋਈ ਥੋੜ੍ਹਾ ਜਿਹਾ ਵੱਧ ਕਰ ਲਏ, ਫਿਰ ਅਸੀਂ ਉਹਦੇ ਮਗਰ ਭੱਜਦੇ ਹਾਂ। ਪਰ ਅਸੀਂ ਉਹਦੇ ਮਗਰ ਨਹੀਂ ਭੱਜਦੇ ਜਿਹਨੇ ਉਹਨਾਂ ਸੰਤਾਂ ਨੂੰ ਵੀ ਸਿੱਖਿਆ ਦਿੱਤੀ, ਜਿਹਨੇ ਸਾਨੂੰ ਵੀ ਸਿੱਖਿਆ ਦਿੱਤੀ। ਅਸੀਂ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦੇ ਹਾਂ। ਇਸ ਕਰਕੇ ਸਾਧ ਸੰਗਤ ਜੀ, ਸੱਚਪਾ ਕਿਰਪਾ ਰੱਖਣ ਸਾਡੇ ਮਨ। ਹਾਂ, ਇਹਦੇ ਵਿੱਚ ਇਹ ਨਹੀਂ ਸੋਚਣਾ ਕਿ ਅਸੀਂ ਕਿਸੇ ਸੰਤ ਸਾਧ ਦਾ ਨਿਰਾਦਰ ਕਰਾਂਗੇ। ਸਾਰੇ ਸੰਤ ਸਾਧ ਜਿੰਨੇ ਨੇ ਸਤਿਗੁਰ ਦੇ ਸਿੱਖ ਨੇ, ਉਹਨਾਂ ਦੀ ਸੇਵਾ ਕਰਨੀ ਸਿੱਖ ਦਾ ਫਰਜ਼ ਬਣਦਾ ਹੈ। ਭਾਵੇਂ ਉਹ ਸੰਤ ਆਵੇ, ਭਾਵੇਂ ਕੋਈ ਸਧਾਰਨ ਸਿੱਖ ਹੋਵੇ, ਸੇਵਾ ਕਰਨੀ ਸਾਡਾ ਫਰਜ਼ ਜ਼ਰੂਰ ਬਣਦਾ ਹੈ। ਪਰ ਸਤਿਗੁਰ ਵਾਲਾ ਥਾਂ ਸਮਝ ਕੇ ਜਾਂ ਸੰਤਾਂ ਦੇ ਅੱਗੇ ਜਾ ਕੇ ਹੱਥ ਜੋੜ ਕੇ ਬਹਿ ਜੀ ਤੁਸੀਂ ਹੀ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਹੀ ਬਚਣਾ ਆ, ਤੁਸੀਂ ਹੀ ਕਿਰਪਾ ਕਰੋਗੇ ਤਾਂ ਹੀ ਪੁੱਤਰ ਹੋਏਗਾ, ਤੁਸੀਂ ਇਹ ਅਰਦਾਸਾਂ, ਇਹ ਚੀਜ਼ਾਂ, ਕੁਝ ਚੀਜ਼ਾਂ ਸਤਿਗੁਰ ਵਾਸਤੇ ਰੱਖੀ ਦੀਆਂ ਨੇ। ਉਸ ਕੁਝ ਸ਼ਬਦ ਸਿਰਫ ਸਤਿਗੁਰ ਵਾਸਤੇ ਹੁੰਦੇ ਨੇ, ਉਹ ਕਿਸੇ ਹੋਰ ਵਾਸਤੇ ਨਹੀਂ ਵਰਤ ਸਕਦੇ ਅਸੀਂ। ਇਸ ਤਰ੍ਹਾਂ ਸਾਡਾ ਮਨ ਬਣੇ। ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਸਮਾਂ ਤਾਂ ਕਾਫੀ ਲੰਘ ਗਿਆ, ਮੈਂ ਪ੍ਰਸੰਗ ਹੋਰ ਪਾਸੇ ਲਿਜਾਣਾ ਸੀ, ਪਰ ਮੇਰੇ ਧਿਆਨ 'ਚ ਆ ਗੱਲ ਆਈ ਵੀ ਇਹ ਸਾਡੇ ਫਰਜ਼ ਹੋਣੇ ਚਾਹੀਦੇ ਨੇ ਕਿ ਜਦੋਂ ਵੀ ਸਾਨੂੰ ਪਤਾ ਲੱਗੇ, ਜਦੋਂ ਵੀ ਸਾਡਾ ਜਿਹੜਾ ਮਨ ਆ ਉਹ ਜਦੋਂ ਵੀ ਮੰਗੇ, ਉਹ ਸਿਰਫ ਸਤਿਗੁਰ ਕੋਲੋਂ ਮੰਗੇ, ਉਹ ਇੱਧਰ ਉੱਧਰ ਆਸੇ ਪਾਸੇ ਨਾ ਭਟਕੇ। ਇੱਕ ਸਤਿਗੁਰੂ ਹਰੀ ਸਿੰਘ ਦੇ ਸਮੇਂ ਦਾ ਮੈਂ ਵਾਪਸ ਆਪਣੇ ਪ੍ਰਸੰਗ ਵਿੱਚ ਆਵਾਂ। ਸਰਦਾਰ ਸੀ ਨਰੈਣ ਸਿੰਘ, ਰਾਖ ਵਾਲੇ ਪਿੰਡ ਦਾ। ਉਹਦਾ ਪਿਸ਼ਾਬ ਬੰਦ ਹੋ ਗਿਆ। ਡਾਕਟਰਾਂ ਕੋਲ ਲੈ ਕੇ ਗਏ ਲੁਧਿਆਣੇ। ਡਾਕਟਰਾਂ ਨੇ ਬੜੀ ਦਵਾਈ ਕੀਤੀ, ਪਰ ਕਿਸੇ ਵੀ ਤਰੀਕੇ ਪਿਸ਼ਾਬ ਨਾ ਆਇਆ। ਡਾਕਟਰਾਂ ਨੇ ਇੱਕ ਵੱਖਰਾ ਚੀਰਾ ਵੀ ਲਾਇਆ, ਪਰ ਉਹ ਪਿਸ਼ਾਬ ਫਿਰ ਵੀ ਨਾ ਆਇਆ। ਡਾਕਟਰਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਕਿ 1.25 ਘੰਟੇ 'ਚ ਇਹ ਨਰੈਣ ਸਿੰਘ ਮਰ ਜਾਏਗਾ, ਜੋ ਤੁਸੀਂ ਕਰਨਾ ਹੈ ਕਰ ਲਓ। ਉਹਦਾ ਭਰਾ ਸੀ ਸੰਪੂਰਨ ਸਿੰਘ, ਉਹ ਸਤਿਗੁਰੂ ਹਰੀ ਸਿੰਘ ਦਾ ਸਿੱਖ ਸੀ। ਜਿਹੜਾ ਇਹ ਨਰੈਣ ਸਿੰਘ ਸੀ, ਇਹਨੇ ਭਜਨ ਨਹੀਂ ਸੀ ਪੁੱਛਿਆ ਹੋਇਆ, ਮਾਸ ਸ਼ਰਾਬ ਖਾਂਦਾ ਪੀਂਦਾ ਸੀ। ਸੰਪੂਰਨ ਸਿੰਘ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਲੈ ਕੇ ਆਇਆ, ਆਪਣੇ ਭਰਾ ਨੂੰ ਲੈ ਕੇ ਆਇਆ ਅਤੇ ਉਹਨੇ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ ਕਿ ਮੇਰਾ ਭਰਾ ਇੱਦਾਂ ਬਿਮਾਰ ਆ ਅਤੇ ਕਿਰਪਾ ਹੋਵੇ। ਜਦੋਂ ਸੱਚ ਪਾਤਸ਼ਾਹ ਜੀ ਦੇਖਿਆ, ਸੱਚ ਪਾਤਸ਼ਾਹ ਜੀ ਬਚਨ ਕੀਤਾ ਕਿ ਘੋੜਿਆਂ ਦੀ ਲਿੱਦ ਇਹਦੇ ਢਿੱਡ ਦੇ ਥਲੜੇ ਬੰਨੇ ਉਹ ਬੰਨੋ। ਹੁਕਮ ਦੇ ਨਾਲ ਉਹ ਲਿੱਦ ਜਿਹੜੀ ਸੀ ਘੋੜਿਆਂ ਦੀ, ਉਹਦੇ ਢਿੱਡ ਦੇ ਥਲੜੇ ਬੰਨੇ ਬੰਨਣੀ ਸ਼ੁਰੂ ਕੀਤੀ। ਜਦੋਂ ਹੀ ਉਹ ਲਿੱਦ ਬੰਨੀ, ਥੋੜ੍ਹੇ ਚਿਰ ਬਾਅਦ ਉਹ ਠੀਕ ਹੋ ਗਿਆ ਅਤੇ ਉਹਨੂੰ ਪਿਸ਼ਾਬ ਵੀ ਆ ਗਿਆ। ਖੁੱਲ੍ਹ ਕੇ ਪਿਸ਼ਾਬ ਕੀਤਾ ਅਤੇ ਜਿਹੜਾ ਸਰੀਰ 'ਚ ਐਵੇਂ ਲੱਗਦਾ ਸੀ ਵੀ ਛੇਤੀ ਉਹ ਚੜ੍ਹਾਈ ਕਰ ਜਾਏਗਾ, ਉਹ ਠੀਕ ਹੋਣ ਲੱਗ ਗਿਆ। ਠੀਕ ਹੋ ਗਿਆ ਅਤੇ ਸਤਿਗੁਰੂ ਹਰੀ ਸਿੰਘ ਜੀ ਜਦੋਂ ਠੀਕ ਹੋ ਗਿਆ, ਬਚਨ ਕੀਤਾ ਕਿ ਹੁਣ ਮਾਸ ਸ਼ਰਾਬ ਨਾ ਖਾਈ ਅਤੇ ਨਾ ਹੀ ਆਂਡੇ ਖਾਈ, ਭਜਨ ਪੁੱਛ ਲੈ, ਅੰਮ੍ਰਿਤ ਛਕ ਲੈ। ਅੰਮ੍ਰਿਤ ਛਕ ਲਿਆ, ਭਜਨ ਪੁੱਛ ਲਿਆ, ਸਿੱਖ ਸੱਜ ਗਿਆ। ਘਰੇ ਗਿਆ, ਘਰੇ ਜਾ ਕੇ ਫਿਰ ਉਹੀ ਗਲਤੀ ਕਰਨ ਲੱਗ ਗਿਆ, ਮਾਸ ਸ਼ਰਾਬ ਖਾਣ ਪੀਣ ਲੱਗ ਗਿਆ, ਫਿਰ ਆਂਡੇ ਖਾਣ ਲੱਗ ਗਿਆ। ਉਹ ਫਿਰ ਬਿਮਾਰ ਹੋਇਆ। ਮਾਤਾ ਜੀਵਨ ਕੌਰ ਜੀ ਨੂੰ ਛੁੱਟੀ ਮਿਲੀ 20 ਦਿਨਾਂ ਦੀ। ਮਾਤਾ ਜੀਵਨ ਕੌਰ ਜੀ ਗਏ, ਉਹਨਾਂ ਨੇ ਜਾ ਕੇ ਨਰੈਣ ਸਿੰਘ ਨੂੰ ਆਖਿਆ ਵੀ ਤੈਨੂੰ ਹੁਕਮ ਹੋਇਆ ਸੀ, ਤੂੰ ਮੰਨਿਆ ਨਹੀਂ,
ਤੇ ਫਿਰ ਤੂੰ ਖਾਣ ਪੀਣ ਲੱਗ ਗਿਆ ਇਸ ਤਰ੍ਹਾਂ। ਜਦੋਂ ਇਸ ਤਰ੍ਹਾਂ ਹੋਇਆ ਤੇ ਉਹਨੇ ਆਪਣੀ ਜਿਹੜੀ ਇੱਕ ਸਿੰਘਣੀ ਦੇ ਗਹਿਣੇ ਜਿਹੜੇ ਸੀ ਮਾਤਾ ਜੀ ਦੀ ਝੋਲੀ ਪਾਏ ਵੀ ਕਿਸੇ ਤਰੀਕੇ ਮੈਨੂੰ ਬਚਾ ਲਓ। ਉਹ ਕਹਿੰਦੇ ਕਿ ਤੈਨੂੰ ਸਤਿਗੁਰੂ ਹਰੀ ਸਿੰਘ ਜੀ ਦੇ ਕੋਲ ਬਚਨ ਕਰਕੇ ਹੁਣ ਤੂੰ ਮੁੱਕਰਿਆ, ਹੁਣ ਮੈਂ ਕੁਝ ਨਹੀਂ ਕਰ ਸਕਦੀ। ਤੇ ਉਹ ਸਿੱਖ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਇਸੇ ਤਰ੍ਹਾਂ ਸਿਰਫ ਸਾਡੀਆਂ ਜਿਹੜੀਆਂ ਆਦਤਾਂ ਹੁੰਦੀਆਂ ਨੇ, ਸਤਿਗੁਰ ਸਾਨੂੰ ਬਖਸ਼ਦੇ ਨੇ, ਬਖਸ਼ ਕੇ ਹੁਕਮ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਕਿ ਇਹ ਸਿੱਖ ਕਿਸੇ ਤਰੀਕੇ ਬਚ ਜਾਣ, ਇਹਨਾਂ ਤੋਂ ਮਾੜੇ ਕਰਮ ਨਾ ਹੋਣ। ਸੱਚ ਪਾਤਸ਼ਾਹ ਜੀ ਕੋਸ਼ਿਸ਼ ਕਰਦੇ ਨੇ ਸਾਨੂੰ ਬਚਾਉਣ ਦੀ, ਹੁਕਮ ਕਰਦੇ ਨੇ ਬਾਰ-ਬਾਰ, ਪਰ ਅਸੀਂ ਫਿਰ ਆਪਣੀਆਂ ਉਹਨਾਂ ਹੀ ਗੱਲਾਂ ਦੇ ਵਿੱਚ ਮਨਮਤ ਵਿੱਚ ਫਸ ਕੇ ਸੱਚ ਪਾਤਸ਼ਾਹ ਜੀ ਤੋਂ ਲਾਂਭੇ ਹੁੰਦੇ ਜਾਂਦੇ ਹਾਂ। ਸਤਿਗੁਰੂ ਹਰੀ ਸਿੰਘ ਦਾ ਦੋਹਤਾ ਸੀ ਨਰੈਣ ਸਿੰਘ। ਨਰੈਣ ਸਿੰਘ ਦੇ ਦਰਦ ਹੋਣ ਲੱਗ ਗਈ। ਸੱਚ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਗਈ। ਸੱਚ ਪਾਤਸ਼ਾਹ ਜੀ ਆਏ, ਦਰਸ਼ਨ ਦਿੱਤੇ। ਬੇਹੋਸ਼ ਹੋ ਗਿਆ ਨਰੈਣ ਸਿੰਘ, ਬੇਹੋਸ਼ ਹੋ ਗਿਆ। ਸੱਚ ਪਾਤਸ਼ਾਹ ਜੀ ਆਏ, ਪਾਠ ਧਰਾਇਆ, ਇੱਕ ਖੰਡ ਪਾਠ ਧਰਾਇਆ। ਅਰਦਾਸ ਕੀਤੀ ਹੋਈ ਸੀ ਕਿ ਨਰੈਣ ਸਿੰਘ ਨੇ ਨੇਤਰ ਖੋਲ੍ਹ ਲਏ। ਨੇਤਰ ਖੋਲ੍ਹ ਕੇ ਤੇ ਫਿਰ ਹੋਸ਼ ਵਿੱਚ ਆਇਆ। ਹੋਸ਼ ਵਿੱਚ ਆਣ ਕੇ ਉਹਨੇ ਇਹ ਗੱਲ ਆਖੀ ਕਿ ਮੈਂ ਤੇ ਚੱਲਾਂ ਸਾਂ ਸਤਿਗੁਰੂ ਹਰੀ ਸਿੰਘ ਜੀ ਨਾਲ ਜਹਾਜ਼ 'ਤੇ, ਪਰ ਫਿਰ ਮੈਨੂੰ ਇਹ ਮੋੜ ਲਿਆਏ ਨੇ ਵਾਪਸ। ਨਰੈਣ ਸਿੰਘ ਠੀਕ ਹੋ ਗਿਆ। ਥੋੜ੍ਹੇ ਦਿਨ ਲੰਘੇ ਤੇ ਫਿਰ ਦੁਬਾਰਾ ਨਰੈਣ ਸਿੰਘ ਬਿਮਾਰ ਹੋ ਗਿਆ। ਉਹਦੀ ਸਿੰਘਣੀ ਨੇ ਆਣ ਕੇ ਅਰਜ਼ ਕੀਤੀ, ਜੀ ਸੰਸਾਰ ਹੋ ਗਿਆ, ਇਹਨੂੰ ਸੰਸਾਰ ਦੀ ਬਿਮਾਰੀ ਹੋਈ। ਸੰਸਾਰ ਦੀ ਬਿਮਾਰੀ ਉਹਨੂੰ ਕਿਹਾ ਜਾਂਦਾ ਹੈ ਕਿ ਦਿਮਾਗ ਦੇ ਵਿੱਚ ਸੋਜ ਆ ਜਾਵੇ ਤੇ ਉਹਨੂੰ ਸੰਸਾਰ ਦੀ ਬਿਮਾਰੀ ਆਖਿਆ ਜਾਂਦਾ ਹੈ। ਉਹ ਦਿਮਾਗ ਵਿੱਚ ਦੁਬਾਰਾ ਫਿਰ ਸੋਜ ਆ ਗਈ। ਉਹਨੇ ਆਣ ਕੇ ਫਿਰ ਅਰਜ਼ ਕੀਤੀ। ਸੱਚ ਪਾਤਸ਼ਾਹ ਜੀ ਆਏ, ਦਰਸ਼ਨ ਦਿੱਤੇ, ਫਿਰ ਬਖਸ਼ਿਸ਼ ਕੀਤੀ, ਫਿਰ ਰਾਜੀ ਹੋਇਆ। ਫਿਰ ਦੁਬਾਰਾ ਢਿੱਲਾ ਹੋ ਗਿਆ, ਫਿਰ ਅਰਜ਼ ਕੀਤੀ, ਸੱਚ ਭਾਵ ਕੀਤਾ ਹੁਣ ਨਹੀਂ ਇਹ ਬਚਦਾ। ਅੱਗੇ 2 ਵਾਰੀ ਇਹਨੂੰ ਬਚਾ ਲਿਆ। ਉਹ ਸਤਿਗੁਰੂ ਹਰੀ ਸਿੰਘ ਦਾ ਦੋਹਤਾ, ਬੀਬੀ ਨੰਦਾ ਦਾ ਪੁੱਤਰ ਨਰੈਣ ਸਿੰਘ, ਉਹ ਫਿਰ ਚੜ੍ਹਾਈ ਕਰ ਗਿਆ। ਉਹ ਇਸ ਤਰ੍ਹਾਂ ਚੜ੍ਹਾਈ ਕੀਤਾ। ਸਾਧ ਸੰਗਤ ਜੀ, ਅੱਜ ਕੱਲ੍ਹ ਵੀ ਲੋਕ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ, ਪਰ ਉਹਨਾਂ ਟਾਈਮਾਂ ਵਿੱਚ ਵੀ ਨੋਟ ਆ ਗਏ ਸਨ ਕਾਗਜ਼ ਦੇ, ਅਤੇ ਉਹ ਜਦੋਂ ਕਾਗਜ਼ ਦੇ ਨੋਟ ਆ ਗਏ ਅਤੇ ਲੋਕ ਨਕਲੀ ਨੋਟ ਬਣਾਉਣ ਲੱਗ ਗਏ। ਇੱਕ ਲਾਹੌਰ ਦਾ ਕਾਰੀਗਰ ਸੀ, ਉਹਨੇ ਨਕਲੀ ਨੋਟ ਬਣਾਏ। ਨਕਲੀ ਨੋਟ ਬਣਾ ਕੇ ਅਤੇ ਭਗਤ ਸਿੰਘ ਇੱਕ ਸਿੱਖ ਸੀ ਸਤਿਗੁਰੂ ਹਰੀ ਸਿੰਘ ਜੀ ਦਾ, ਉਹਦੇ ਨੌਕਰ ਨੂੰ ਜਾ ਕੇ ਦਿੱਤੇ ਕਿ ਤੂੰ ਜਾ ਕੇ ਬਾਜ਼ਾਰ ਵਿੱਚ ਇਹ ਨੋਟਾਂ ਨੂੰ ਚਲਾ। ਜਿਹੜਾ ਉਹ ਨੌਕਰ ਸੀ ਉਹ ਜਾ ਕੇ ਜਦੋਂ ਨੋਟ ਚਲਾਉਣ ਗਿਆ ਅਤੇ ਜਦੋਂ ਦੂਸਰੇ ਦੁਕਾਨਦਾਰ ਦੇ ਹੱਥ ਵਿੱਚ ਧਰੇ ਅਤੇ ਉਹਦੇ ਹੱਥਾਂ ਨੂੰ ਰੰਗ ਲੱਗਿਆ। ਜਦੋਂ ਹੱਥਾਂ ਨੂੰ ਰੰਗ ਲੱਗਿਆ ਅਤੇ ਉਹਨੇ ਫੀਲ ਕੀਤਾ, ਮਹਿਸੂਸ ਕੀਤਾ ਕਿ ਇਹ ਸ਼ਾਇਦ ਨਕਲੀ ਹੈ। ਉਹਨੇ ਜਾ ਕੇ ਥਾਣੇ ਵਿੱਚ ਇਤਲਾਹ ਦਿੱਤੀ ਕਿ ਇਹ ਪਤਾ ਕਰੋ ਕਿ ਅਸਲੀ ਹੈ ਕਿ ਨਕਲੀ ਹੈ। ਪਤਾ ਕੀਤਾ ਕਿ ਇਹ ਨਕਲੀ ਨੋਟ ਸਨ। ਉਸ ਭਗਤ ਸਿੰਘ ਦੇ ਨੌਕਰ ਨੂੰ ਫੜ ਲਿਆ, ਉਹਨੂੰ ਬਹੁਤ ਕੁੱਟਿਆ ਮਾਰਿਆ ਅਤੇ ਜਿਹੜਾ ਉਹਦਾ ਭਣਵਈਆ ਸੀ ਨੌਕਰ ਦਾ, ਉਹਨੇ ਜਾ ਕੇ ਥਾਣੇ 'ਚ ਆਖਿਆ ਵੀ ਤੁਸੀਂ ਬੇਦੋਸ਼ੀ ਨੂੰ ਕਿਉਂ ਮਾਰਦੇ ਹੋ। ਉਹਦੇ ਭਣਵਈਏ ਨੂੰ ਵੀ ਬਿਠਾ ਲਿਆ ਕੋਲ, ਉਹਨਾਂ ਨੇ ਭਣਵਈਆ ਵੀ ਨਾ ਛੱਡਿਆ। ਉਸ ਜਿਹੜਾ ਲੜਕਾ ਸੀ, ਨੌਕਰ ਸੀ ਭਗਤ ਸਿੰਘ ਦਾ, ਉਹਦੀ ਮਾਸੀ ਗਈ ਭਗਤ ਸਿੰਘ ਕੋਲ। ਉਹਨੇ ਜਾ ਕੇ ਭਗਤ ਸਿੰਘ ਨੂੰ ਇਹ ਗੱਲ ਆਖੀ ਕਿ ਤੂੰ ਪੈਸੇ ਲਾ ਕੇ ਮੇਰੇ ਪੁੱਤਰ ਨੂੰ ਛੁਡਾ ਦੇ ਕਿਸੇ ਤਰੀਕੇ। ਅਤੇ ਭਗਤ ਸਿੰਘ ਨੇ ਆਖਿਆ ਵੀ ਤੁਸੀਂ ਮਾੜਾ ਕਰਮ ਕੀਤਾ ਆ, ਆਪ ਹੀ ਭੁਗਤੋ, ਮੈਂ ਪੈਸੇ ਲਾ ਕੇ ਨਹੀਂ ਛਡਾਉਣਾ। ਉਹ ਆਂਦੀ ਕੋਈ ਗੱਲ ਨਹੀਂ, ਫਿਰ ਜੇ ਇਹ ਗੱਲ ਹੈ ਤਾਂ ਫਿਰ ਅਸੀਂ ਤੈਨੂੰ ਵੀ ਇਸ ਕੇਸ ਵਿੱਚ ਫਸਾਵਾਂਗੇ। ਸਤਿਗੁਰੂ ਪਹਿਲਾਂ ਤਾਂ ਉਹ ਕਾਰੀਗਰ ਨੇ, ਦੋਵਾਂ ਨੇ ਰਲ ਕੇ ਫਿਰ ਜਿਹੜੇ ਤੋਂ ਨੋਟ ਬਣਵਾਏ ਸੀ ਉਹਦਾ ਨਾਂ ਲਿਆ। ਹੁਣ 3 ਜਣੇ ਜੇਲ੍ਹ ਵਿੱਚ ਕੈਦ ਹੋ ਗਏ। ਇਹਨਾਂ 3 ਨੇ ਰਲ ਕੇ ਭਗਤ ਸਿੰਘ ਦਾ ਨਾਂ ਲੈ ਦਿੱਤਾ। ਜਦੋਂ ਭਗਤ ਸਿੰਘ ਦਾ ਨਾਂ ਲਿਆ, ਭਗਤ ਸਿੰਘ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਜੱਜ ਨੇ 7 ਸਾਲ ਦੀ ਸਜ਼ਾ ਸੁਣਾ ਦਿੱਤੀ ਭਗਤ ਸਿੰਘ ਨੂੰ। ਸਜ਼ਾ ਸੁਣਾਈ। ਸਤਿਗੁਰੂ ਹਰੀ ਸਿੰਘ ਜੀ ਨੂੰ ਪਤਾ ਲੱਗਿਆ। ਸੱਚ ਪਾਤਸ਼ਾਹ ਜੀ ਬੜਾ ਅਫਸੋਸ ਕੀਤਾ ਕਿ ਉਹ ਬੇਦੋਸ਼ਾ ਸੀ, ਉਹ ਫੜਿਆ ਗਿਆ। ਚੰਗੀ ਨਹੀਂ ਕੀਤੀ ਉਹਨਾਂ ਨੇ, ਭਗਤ ਸਿੰਘ ਫੜਾ ਦਿੱਤਾ, ਉਹਦਾ ਤਾਂ ਕਸੂਰ ਵੀ ਕੋਈ ਨਹੀਂ ਸੀ। ਸੱਚ ਪਾਤਸ਼ਾਹ ਜੀ ਫਿਰ ਬਚਨ ਕੀਤਾ, ਕੋਈ ਗੱਲ ਨਹੀਂ, ਤੁਸੀਂ ਦਰੋਗੇ ਨੂੰ ਆਖੋ ਕਿ ਮੁਸ਼ੱਕਤ ਦੀ ਨਰਮਾਈ ਹੋਵੇ, ਭਾਵ ਕਿ ਉਹਦੇ ਉੱਤੇ ਉਹ
ਜ਼ਿਆਦਾ ਝੂਠੇ ਕੇਸ ਹੋਰ ਨਾ ਪਾ ਦੇਣ ਅਤੇ ਉਹਦੇ ਨਾਲ ਸਖਤਾਈ ਨਾ ਕਰਨ ਅਤੇ ਨਰਮਾਈ ਨਾ ਰੱਖਣ। ਨਾਲ ਹੁਕਮ ਕੀਤਾ ਕਿ ਇੱਕ ਅਪੀਲ ਦੀ ਅਰਜ਼ੀ ਪਾਓ। ਹੁਣ ਵਕੀਲ ਕਰਕੇ 500 ਰੁਪਈਏ ਦਾ ਅਤੇ ਉਹਨਾਂ ਨੇ ਵਕੀਲ ਕਰਨਾ ਸੀ। ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਤੋਂ ਦਾਨ ਸਿੰਘ ਨੂੰ ਭੇਜਿਆ ਕਿ ਤੂੰ ਜਾ ਸਾਰੀ ਪੈਰਵਾਈ ਕਰ ਅਤੇ ਭਗਤ ਸਿੰਘ ਨੂੰ ਛੁਡਾ ਕੇ ਲਿਆ। ਦਾਨ ਸਿੰਘ ਦੇ ਮਨ ਵਿੱਚ ਘਰੋਂ ਭੈਣੀ ਸਾਹਿਬੋਂ ਤੁਰਨ ਲੱਗਿਆਂ ਆਇਆ, ਅਰਦਾਸਾ ਕੀਤਾ ਕਿ ਹੇ ਸੱਚਿਆ ਪਾਤਸ਼ਾਹ, ਮੈਂ ਭਾਵੇਂ ਚੜ੍ਹ ਜਾਵਾਂ ਪਰ ਭਗਤ ਸਿੰਘ ਛੁੱਟ ਜਾਵੇ। ਇਸ ਤਰ੍ਹਾਂ ਦਾ ਅਰਦਾਸਾ ਕਰ ਲਿਆ ਵੀ ਕਿਰਪਾ ਹੋਵੇ ਭਗਤ ਸਿੰਘ ਛੁੱਟ ਜਾਵੇ। ਦਾਨ ਸਿੰਘ ਆਇਆ, ਵਕੀਲ ਕੀਤਾ, ਕੋਰਟ ਵਿੱਚ ਗਏ, ਤਰੀਕ ਪਈ। ਤਰੀਕ ਵਿੱਚ ਜੱਜ ਨੇ ਪੁੱਛਿਆ ਕਿ ਭਗਤ ਸਿੰਘ ਦੇ ਕੋਲੋਂ ਕੁਝ ਪੈਸੇ ਮਿਲੇ? ਉਹ ਕਹਿੰਦੇ ਜੀ ਨਹੀਂ ਮਿਲੇ। ਉਹ ਕਹਿੰਦੇ ਜੀ ਭਗਤ ਸਿੰਘ ਦੇ ਘਰੋਂ ਮਿਲੇ? ਨਹੀਂ ਮਿਲੇ। ਫਿਰ ਤੁਹਾਨੂੰ ਕਿਹਨੇ ਆਖਿਆ ਕਿ ਭਗਤ ਸਿੰਘ ਵੀ ਇਸ ਕੇਸ ਵਿੱਚ ਨਾਲ ਰਲਿਆ ਹੋਇਆ? ਉਹਨਾਂ ਨੇ ਆਖਿਆ ਜੀ ਸਾਨੂੰ ਤੇ ਇਹਨਾਂ ਬੰਦਿਆਂ ਨੇ ਆਖਿਆ। ਉਹਨਾਂ ਬੰਦਿਆਂ ਨੇ ਆਖਿਆ ਜੀ ਸਾਨੂੰ ਤੇ ਸਾਡੀ ਮਾਸੀ ਨੇ ਆਖਿਆ ਸੀ। ਉਹ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਤੇ ਜੱਜ ਨੇ ਆਖਿਆ ਕਿ ਭਗਤ ਸਿੰਘ ਬਰੀ। ਭਗਤ ਸਿੰਘ ਛੱਡ ਦਿੱਤਾ। ਭਗਤ ਸਿੰਘ ਘਰੇ ਆਇਆ, ਪਰ ਜਿਹੜਾ ਦਾਨ ਸਿੰਘ ਨੇ ਅਰਦਾਸ ਕੀਤੀ ਸੀ ਨਾ ਕਿ ਮੈਂ ਚੜ੍ਹ ਜਾਵਾਂ, ਦਾਨ ਸਿੰਘ ਜਿਹੜਾ ਸੀ ਉਹ ਬਿਮਾਰ ਹੋ ਗਿਆ। ਬਿਮਾਰ ਹੋ ਕੇ ਦਾਨ ਸਿੰਘ ਚੜ੍ਹਾਈ ਕਰ ਗਿਆ ਅਤੇ ਭਗਤ ਸਿੰਘ ਬਚ ਕੇ ਵਾਪਸ ਘਰੇ ਆ ਗਿਆ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਦੇ ਸਾਹਮਣੇ ਸਿੱਖ ਆਉਂਦੇ ਨੇ, ਉਹ ਅਰਜ਼ਾਂ ਕਰਦੇ ਨੇ। ਅਤਰੀ ਜਿਹੜੀ ਸੀ ਉਹ ਸਤਿਗੁਰੂ ਹਰੀ ਸਿੰਘ ਜੀ ਤੋਂ ਥੋੜ੍ਹਾ ਜਿਹਾ ਦੂਰ ਹੁੰਦੀ ਗਈ। ਦੂਰ ਹੁੰਦੀ ਇਸ ਤਰ੍ਹਾਂ ਦੂਰ ਹੋ ਗਈ ਕਿ ਸੱਚ ਪਾਤਸ਼ਾਹ ਜੀ ਦਾ ਦੌਰਾ ਗਿਆ। ਇਹ ਮਾਸਰਖਾਨੇ ਪਿੰਡ ਤੋਂ ਸੀ। ਸੱਚਪਾ ਦਾ ਦੌਰਾ ਗਿਆ ਕਿ ਦੌਰੇ ਵਿੱਚ ਲਿਖੇ ਹੁੰਦੇ ਸੀ ਕਿਹੜੇ ਕਿਹੜੇ ਪਿੰਡ ਜਾ ਸਕਦੇ ਹੋ ਤੁਸੀਂ। ਸਤਿਗੁਰੂ ਹਰੀ ਸਿੰਘ ਜੀ ਨਾਲ ਦੇ ਪਿੰਡ ਵਿੱਚ ਸਨ। ਸਿੱਖਾਂ ਨੂੰ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਅਤਰੀ ਨੂੰ ਮਿਲਣ ਜਾਣਾ ਹੈ। ਸਿੱਖਾਂ ਨੇ ਆਖਿਆ ਜੀ ਆਪਣੇ ਕੋਲ ਅਤਰੀ ਦੇ ਪਿੰਡ ਦਾ ਕਾਗਜ਼ ਨਹੀਂ ਹੈਗਾ, ਆਪਾਂ ਅਤਰੀ ਦੇ ਪਿੰਡ ਨਹੀਂ ਜਾ ਸਕਦੇ। ਸੱਚ ਭਾਵ ਕੀਤਾ ਨਹੀਂ ਫਿਰ ਵੀ ਜਾਣਾ ਹੈ ਅਤਰੀ ਨੂੰ ਮਿਲਣ। ਸੱਚ ਪਾਤਸ਼ਾਹ ਜੀ ਅਤਰੀ ਦੇ ਘਰੇ ਗਏ। ਅਤਰੀ ਦੇ ਘਰੇ ਗਏ ਅਤੇ ਹੁਕਮ ਹੋਇਆ ਵੀ ਅਤਰੀ ਨੂੰ ਬੁਲਾ ਕੇ ਲਿਆਓ। ਸੱਚ ਪਾਤਸ਼ਾਹ ਜੀ ਬਾਹਰ ਬੈਠੇ ਰਹੇ। ਅਤਰੀ ਚੁਬਾਰੇ ਵਿੱਚ ਸੀ, ਸੱਚਪਾ ਥੱਲੇ ਸਨ। ਸਿੱਖ 3 ਵਾਰੀ ਗਏ ਪਰ ਅਤਰੀ ਥੱਲੇ ਨਾ ਆਈ। ਚੌਥੀ ਵਾਰੀ ਸੱਚ ਪਾਤਸ਼ਾਹ ਜੀ ਆਪ ਗਏ ਅਤਰੀ ਨੂੰ ਲੈਣ ਕਿ ਅਸੀਂ ਥੱਲੇ। ਉਹ ਜਾਂਦਿਆਂ ਨੂੰ ਦੇਖਿਆ ਕਿ ਬੈਠ ਕੇ ਪਾਠ ਕਰ ਰਹੀ ਸੀ, ਪਾਠ ਕਰਦੀ ਪਈ ਸੀ ਗ੍ਰੰਥ ਸਾਹਿਬ ਦਾ। ਸੱਚ ਪਾਤਸ਼ਾਹ ਜੀ ਆਖਿਆ ਕਿ ਅਸੀਂ 3 ਵਾਰੀ ਸਿੱਖ ਭੇਜਿਆ, ਤੂੰ ਮਿਲਣ ਨਹੀਂ ਆਈ। ਖੈਰ ਫਿਰ ਉਹ ਥੱਲੇ ਆਈ, ਮਿਲਣ ਲੱਗ ਗਈ, ਗੱਲਬਾਤ ਚੱਲਣ ਲੱਗ ਗਈ। ਪਰ ਉਹ ਸੱਚ ਪਾਤਸ਼ਾਹ ਜੀ ਦੇ ਖਿਲਾਫ ਹੀ ਬੋਲੇ। ਉਹ ਲਾਮੇ ਹੀ ਦੇਈ ਜਾਵੇ ਸਤਿਗੁਰੂ ਹਰੀ ਸਿੰਘ ਜੀ ਨੂੰ, ਕੋਈ ਸ਼ਰਧਾ ਵਾਲੀ ਕੋਈ ਪ੍ਰੇਮ ਵਾਲੀ ਗੱਲ ਹੀ ਨਾ ਕਰੇ। ਸੱਚ ਪਾਤਸ਼ਾਹ ਜੀ ਬੜਾ ਉਹਨੂੰ ਸਮਝਾਉਣ, ਅੱਗੋਂ ਨਿਮਰਤਾ ਦੇ ਵਿੱਚ ਰਹਿ ਕੇ ਕੋਈ ਬਚਨ ਨਾ ਕਰਨ, ਪਰ ਉਹ ਕਿਸੇ ਵੀ ਤਰੀਕੇ ਕਿਸੇ ਗੱਲ 'ਤੇ ਨਾ ਸਮਝੇ। ਸੱਚ ਪਾਤਸ਼ਾਹ ਜੀ ਨੂੰ ਉਹਨੇ ਆਖਿਆ ਕਿ ਤੁਸੀਂ ਲੰਗਰ ਛਕੋ। ਸਿੱਖਾਂ ਨੇ ਲੰਗਰ ਛਕਾਇਆ, ਸੱਚ ਪਾਤਸ਼ਾਹ ਜੀ ਨੂੰ ਲੰਗਰ ਛਕਾਇਆ। ਸਿੱਖਾਂ ਨੇ ਆਖਿਆ ਅਤਰੀ ਨੂੰ ਜਾ, ਸੱਚ ਪਾਤਸ਼ਾਹ ਜੀ ਨੂੰ ਆਖਿਆ, ਅਰਜ਼ ਕੀਤੀ ਜੀ ਨਿਹਾਰੀ ਚਾਹੀਦੀ, ਭਾਵ ਘੋੜਿਆਂ ਵਾਸਤੇ ਦਾਣਾ ਚਾਹੀਦਾ, ਘੋੜਿਆਂ ਨੂੰ ਛਕਾਉਣਾ ਹੈ ਕੁਝ। ਅਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਜਾਓ, ਜਾ ਕੇ ਅਤਰੀ ਨੂੰ ਆਖੋ ਉਹਦੇ ਤਬੇਲੇ ਵਿੱਚੋਂ ਲੈ ਲਓ, ਅਤਰੀ ਦੇ ਨਿਹਾਰੀ ਲੈ ਲਓ ਜਾ ਕੇ। ਸਿੱਖ ਗਏ, ਜਾ ਕੇ ਨਿਹਾਰੀ ਲੈਣ ਲੱਗੇ ਅਤੇ ਉਹ ਜਿਹੜਾ ਅਤਰੀ ਦਾ ਸਿੱਖ ਸੀਗਾ ਉੱਥੇ ਜਿਹੜਾ ਉਹਨੇ ਖਿਲਾਰਿਆ ਹੋਇਆ ਸੀ, ਉਹਨੇ ਕਿਹਾ ਜੀ ਅਤਰੀ ਆਖੀਗੀ ਫੇਰ ਦੇਣੀ ਨਿਹਾਰੀ। ਉੱਧਰੋਂ ਅਤਰੀ ਵੀ ਆ ਗਈ। ਅਤਰੀ ਆਈ ਅਤੇ ਸੋਟਾ ਉਹਨੇ ਹੱਥ 'ਚ ਫੜਿਆ ਹੋਇਆ। ਉਹ ਕਹਿਣ ਲੱਗੀ ਕਿ ਮੈਂ ਕਿਸੇ ਵੀ ਤਰੀਕੇ ਤੁਹਾਨੂੰ ਨਿਹਾਰੀ ਨਹੀਂ ਦੇਣੀ। ਸਿੱਖਾਂ ਨੇ ਜਾ ਕੇ ਅਰਜ਼ ਕੀਤੀ, ਪਾਤਸ਼ਾਹ ਅਸੀਂ ਰੱਜੇ ਹਾਂ, ਸਾਡਾ ਢਿੱਡ ਭਰਿਆ, ਕੀ ਕਰੇਗਾ ਜੇ ਸਾਡੇ ਘੋੜੇ ਹੀ ਭੁੱਖੇ ਰਹਿ ਜਾਣਗੇ। ਅਤਰੀ ਫੇਰ ਆਈ ਡਾਂਗ ਲੈ ਕੇ, ਕਹਿੰਦੀ ਖਬਰਦਾਰ ਜੇ ਕਿਸੇ ਨੇ ਮੇਰੀ ਇੱਥੋਂ ਨਿਹਾਰੀ ਚੁੱਕੀ। ਸਤਿਗੁਰੂ ਹਰੀ ਸਿੰਘ ਜੀ ਗੁੱਸੇ ਵਿੱਚ ਆਏ, ਇਸ ਤਰ੍ਹਾਂ ਅਪਮਾਨ ਕੀਤਾ ਸਿੱਖਾਂ ਦਾ। ਘੋੜੇ ਸਤਿਗੁਰੂ ਹਰੀ ਸਿੰਘ ਜੀ ਦੇ ਨੇ ਜਿਨ੍ਹਾਂ ਨੇ ਨਿਹਾਰੀ ਛਕਣੀ ਹੈ, ਕਿਸੇ ਹੋਰ ਨੇ ਨਹੀਂ ਛਕਣੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕੋਈ ਗੱਲ ਨਹੀਂ, ਚਲੋ ਚੱਲੀਏ। ਸੱਚ ਪਾਤਸ਼ਾਹ ਜੀ ਉੱਥੋਂ ਨਾਰਾਜ਼ ਹੋ ਕੇ ਆ ਗਏ। ਸੱਚ ਪਾਤਸ਼ਾਹ ਜੀ ਨਾਰਾਜ਼ ਹੋ ਕੇ ਆਏ। ਭਗਵਾਨ ਸਿੰਘ ਅੜਬੰਗੀ ਨੇ ਵੀ ਜਾ ਕੇ ਉਹਨੂੰ ਮਿਲਿਆ, ਉਹਨੂੰ ਸਮਝਾਇਆ, ਪਰ ਉਹ ਕਿਸੇ ਵੀ ਗੱਲ 'ਤੇ ਅਤਰੀ ਜਿਹੜੀ ਸੀ ਨਾ ਆਈ। ਉਹ ਗੁਰੂ ਘਰ ਦਾ ਵਿਰੋਧ ਹੀ ਕਰਦੀ ਰਹੀ, ਵਿਰੋਧ ਵਿੱਚ ਹੀ ਰਹੀ। ਉਹਨੇ ਬੜੇ ਮਾੜੇ ਸੁਨਾਹ ਭੇਜਣੇ ਸ਼ੁਰੂ ਕਰ ਦਿੱਤੇ। ਉਹ ਕਾਫੀ ਜ਼ਿਆਦਾ ਸੱਚ ਪਾਤਸ਼ਾਹ ਜੀ ਤੋਂ ਦੂਰ ਦੂਰ ਜਾਣ ਲੱਗ ਗਈ।
ਸੱਚ ਪਾਤਸ਼ਾਹ ਜੀ ਬੜਾ ਆਖਣਾ ਵੀ ਅਸੀਂ ਤੈਨੂੰ ਜੱਸਾਂ ਵਾਂਗੂ ਸਮਝਦੇ ਹਾਂ, ਉਹ ਹਮੇਸ਼ਾ ਹੀ ਸੱਚ ਪਾਤਸ਼ਾਹ ਜੀ ਦੇ ਓਪੋਜ਼ਿਟ ਹੀ ਜਾਂਦੀ ਗਈ। ਅੱਗੇ ਜਾ ਕੇ ਉਹਦਾ ਪ੍ਰਸੰਗ ਕਾਫੀ ਆਉਂਦਾ ਕਿ ਉਹ ਕਬੀਰ ਪੰਥੀਆਂ ਦੇ ਕੋਲ ਚਲੇ ਗਈ। ਜਦੋਂ ਕਬੀਰ ਪੰਥੀਆਂ ਦੇ ਚਲੇ ਗਈ, ਉਸ ਤੋਂ ਬਾਅਦ ਸਿੱਖਾਂ ਨੇ ਜਿਹੜਾ ਉਹ 'ਤੇ ਹੋਰ ਜ਼ਿਆਦਾ ਨਾਰਾਜ਼ ਹੋਏ ਕਿ ਤੂੰ ਕਬੀਰ ਪੰਥੀਆਂ ਦੇ ਕਿਉਂ ਗਈ, ਉੱਥੋਂ ਜਾ ਕੇ ਜੂਠਾ ਖਾ ਕੇ ਆਈ ਉਹਨਾਂ ਦਾ, ਤੂੰ ਸਤਿਗੁਰੂ ਰਾਮ ਸਿੰਘ ਜੀ ਦੀ ਰਹਿਤ ਨਹੀਂ ਰੱਖੀ, ਤੂੰ ਸਾਡਾ ਨੱਕ ਡੋਬ ਕੇ ਰੱਖ ਦਿੱਤਾ, ਸਾਨੂੰ ਜਿਉਣ ਜੋਗਿਆ ਨਹੀਂ ਛੱਡਿਆ, ਅਸੀਂ ਤੈਨੂੰ ਮਾਤਾ ਕਹਿ ਕੇ ਬੁਲਾਉਂਦੇ ਸਾਂ, ਪਰ ਤੂੰ ਚੰਗੀ ਨਹੀਂ ਕੀਤੀ ਕਬੀਰ ਪੰਥੀਆਂ ਦੇ ਕੋਲ ਜਾ ਕੇ। ਸਿੱਖਾਂ ਨੇ ਇੱਕ ਸਧਾਰਨ ਸਿੱਖ ਸੀਗਾ, ਉਹਦੇ ਕੋਲ ਗਈ, ਉਹਨੇ ਅੱਗੋਂ ਉਹਨੂੰ ਕੋਈ ਉਹਦਾ ਅਦਬ ਨਾ ਕੀਤਾ, ਘਰੋਂ ਤੋਰ ਦਿੱਤਾ ਵਾਪਸ ਉਂਝ ਹੀ ਕਿ ਅਸੀਂ ਤੈਨੂੰ ਮਾਤਾ ਸਮਝਦੇ ਸੀ, ਤੂੰ ਸਾਨੂੰ ਜਿਉਣ ਜੋਗਾ ਨਹੀਂ ਛੱਡਿਆ, ਇਸ ਕਰਕੇ ਸਾਡੇ ਕੋਲੋਂ ਚਲੀ ਜਾ ਇੱਥੋਂ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਸਿੱਖਾਂ ਨੂੰ ਵੀ ਅਤਰੀ ਦਾ ਕੀ ਕਰਦੇ ਹੋ? ਉਹ ਕਹਿੰਦੇ ਜੀ ਮੇਰੇ ਕੋਲ ਆਈ ਸੀ, ਮੈਂ ਘਰੋਂ ਪਹੁੰਚਾ ਦਿੱਤੀ ਏ, ਅਸੀਂ ਹੁਣ ਅਤਰੀ ਨੂੰ ਨਹੀਂ ਮਿਲਦੇ। ਪਹਿਲਾਂ ਮੱਥਾ ਵੀ ਟੇਕਦੇ ਸੀ, ਉਹਨੂੰ ਭੇਟਾ ਵੀ ਰੱਖਦੇ ਸੀ। ਉਹ ਸਿੱਖ ਨੇ ਆਖਿਆ ਕਿ ਮੈਂ ਅਤਰੀ ਨੂੰ, ਵਿਹੰਗਮ ਸਿੱਖ ਸੀ, ਕਿ ਅਤਰੀ ਨੂੰ 1 ਰੁਪਈਆ ਭੇਟਾ ਰੱਖੀ। 1 ਰੁਪਈਆ ਭੇਟਾ ਰੱਖੀ ਅਤੇ ਮੈਨੂੰ ਅੱਗੋਂ ਅਤਰੀ ਆਖਣ ਲੱਗੀ ਕਿ ਸਿਰਫ 1 ਰੁਪਈਆ ਹੀ ਭੇਟਾ ਰੱਖੀਏ ਤੂੰ। ਜਦੋਂ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਉਹ ਸਿੱਖ ਨੇ ਆਖਿਆ, ਉਹ ਵਿਹੰਗਮ ਸਾਧ ਨੇ ਆਖਿਆ ਕਿ ਮੈਂ ਸਤਿਗੁਰੂ ਰਾਮ ਸਿੰਘ ਜੀ ਨੂੰ ਚਵਾਨੀ ਮੱਥਾ ਟੇਕੀ ਸੀ। ਜਦੋਂ ਮੱਥਾ ਟੇਕੀ ਅਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਤੇਰੇ ਵੱਲੋਂ ਆ ਗਏ ਨੇ, ਤੂੰ ਆਪਣੇ ਕਛਹਿਰੇ ਬਣਾ ਲੈ, ਤੂੰ ਆਪਣੇ ਕੱਪੜੇ ਲੀੜੇ ਬਣਾ ਲੈ। ਅਤੇ ਸੱਚ ਪਾਤਸ਼ਾਹ ਜੀ ਮੈਨੂੰ ਵਾਪਸ ਦੇ ਦਿੱਤੀ ਕਿ ਤੇਰੇ ਵੱਲੋਂ ਸਾਡੇ ਖਜ਼ਾਨੇ ਵਿੱਚ ਆ ਗਈ। ਸਤਿਗੁਰੂ ਰਾਮ ਸਿੰਘ ਜੀ ਤਾਂ ਇਸ ਤਰ੍ਹਾਂ ਕਰਦੇ ਸੀ ਅਤੇ ਤੂੰ 1 ਰੁਪਈਆ ਤੈਨੂੰ ਦਿੱਤਾ ਹੈ, ਤੂੰ ਤਾਂ ਵੀ ਅੱਗੋਂ ਇਸ ਤਰ੍ਹਾਂ ਕਰਦੀ ਹੈ। ਤੂੰ ਸਗੋਂ ਅੱਗੋਂ ਆਖ ਤੂੰ ਵਿਹੰਗਮ ਸਾਧ ਆ, ਮੈਂ ਕਿਹੜਾ ਗ੍ਰਸਤੀ ਹੈ, ਕੋਈ ਕੰਮ ਕਾਜ ਕਰਦਾ ਆ, ਅਤੇ ਤੂੰ ਅੱਗੋਂ ਮੈਨੂੰ ਵਾਪਸ ਦੇ, ਸਗੋਂ ਮੇਰੇ ਵਾਸਤੇ ਤੂੰ ਲੀੜੇ ਦਾ ਇੰਤਜ਼ਾਮ ਕਰ, ਮੇਰਾ ਕੱਪੜੇ ਲੀੜੇ ਦਾ ਇੰਤਜ਼ਾਮ ਕਰ ਮੇਰਾ। ਉਹ ਕਹਿੰਦਾ ਜੀ ਜਦੋਂ ਉਹ ਪੈਸਿਆਂ ਦੇ ਵਿੱਚ ਹੀ ਹੁਣ ਚਲੀ ਗਈ ਹੈ, ਉਹਨੂੰ ਸਿੱਖੀ ਦੀ ਭਾਵਨਾ ਉਹਦੇ ਵਿੱਚੋਂ ਦੂਰ ਹੋ ਗਈ ਹੈ, ਹੁਣ ਅਸੀਂ ਅਤਰੀ ਦੇ ਕੋਲ ਨਹੀਂ ਜਾਂਦੇ। ਇਸ ਤਰ੍ਹਾਂ ਸਿੱਖਾਂ ਨੇ ਹੌਲੀ ਹੌਲੀ ਅਤਰੀ ਦਾ ਖਹਿੜਾ ਛੱਡ ਦਿੱਤਾ, ਉਹਦਾ ਬਾਈਕਾਟ ਕਰ ਦਿੱਤਾ, ਅਤਰੀ ਕੋਲ ਜਾਣਾ ਬੰਦ ਕਰ ਦਿੱਤਾ। ਸਾਰੇ ਸਿੱਖ ਕਹਿੰਦੇ ਕਿ ਹੁਣ ਅਸੀਂ ਅਤਰੀ ਕੋਲ ਨਹੀਂ ਜਾਂਦੇ। ਇਸ ਤਰ੍ਹਾਂ ਉਹ ਅਤਰੀ ਜਿਹੜੀ ਸੀ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਹੁਕਮਨਾਮੇ 'ਚ ਲਿਖ ਕੇ ਭੇਜਿਆ ਸੀ, ਬੜੇ ਹੁਕਮਨਾਮੇ 'ਚ ਅਤਰੀ ਦਾ ਜ਼ਿਕਰ ਆਉਂਦਾ ਹੈ। ਹੁਕਮ ਕੀਤਾ ਸੀ ਆਪਣੇ ਚਾਚੇ ਕੋਲੋਂ ਪੰਜਾਬੀ ਪੜ੍ਹ, ਗੁਰਮੁਖੀ ਪੜ੍ਹ, ਅਤੇ ਤੂੰ ਬੈਠ ਕੇ ਘਰੇ ਭਜਨ ਬਾਣੀ ਕਰ, ਬਾਹਰ ਫਿਰਿਆ ਨਾ ਕਰ। ਅਤਰੀ 'ਤੇ ਦੌਰੇ ਕਰਨ ਲੱਗ ਗਈ ਸੀ। ਸਿੱਖੀ ਦਾ ਪ੍ਰਚਾਰ ਜ਼ਰੂਰ ਕੀਤਾ ਉਹਨੇ, ਬਹੁਤ ਪ੍ਰਚਾਰ ਕੀਤਾ, 3 ਸਾਲ ਕੈਦ ਵੀ ਕੱਟੀ ਉਹਨੇ, ਪਰ ਇਹੀ ਗੱਲ ਸੀ ਕਿ ਉਹ ਦੌਰੇ ਕਰਦੀ ਸੀ। ਸਿੱਖਾਂ ਨੇ ਮਾਣ ਸਤਿਕਾਰ ਦਿੱਤਾ। ਇਹ ਮਾਣ ਸਤਿਕਾਰ ਸਤਿਗੁਰ ਹੀ ਕਿਰਪਾ ਕਰੇ ਅਤੇ ਸਾਂਭਿਆ ਜਾਂਦਾ ਹੈ, ਨਹੀਂ ਤਾਂ ਕਈ ਵਾਰ ਸਾਂਭਿਆ ਨਹੀਂ ਜਾਂਦਾ। ਉਹ ਉਹੀ ਗੱਲ ਹੋਈ ਕਿ ਉਹ ਮਾਣ ਸਤਿਕਾਰ ਜਿਹੜਾ ਸੀ ਉਹ ਸਾਂਭਿਆ ਨਾ ਗਿਆ, ਆਪਣੀਆਂ ਮਨਮਰਜ਼ੀਆਂ ਕਰਨ ਲੱਗ ਗਈ ਅਤੇ ਉਹ ਸਤਿਗੁਰੂ ਤੋਂ ਦੂਰ ਹੁੰਦੀ ਗਈ। ਅਤੇ ਜਿਹੜਾ ਉਹਦੇ ਲੋਕ ਸੰਗਤ ਜਿਹੜੀ ਸੀ ਜਸ ਕਰਦੀ ਸੀ ਜਾਂ ਉਹਨੂੰ ਪੂਜਦੇ ਸੀ, ਉਹ ਉਹਦੀ ਪੂਜਾ ਜਿਹੜੀ ਸੀ ਉਹ ਕਰਨੀ ਛੱਡ ਦਿੱਤੀ। ਸਾਰੇ ਅਤਰੀ ਤੋਂ ਨਾਰਾਜ਼ ਹੋ ਗਏ। ਸੋ ਸਾਧ ਸੰਗਤ ਜੀ, ਸਮਾਂ ਸਮਾਪਤ ਆ। ਇਹ ਸਤਿਗੁਰੂ ਹਰੀ ਸਿੰਘ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਸੀ। ਸੱਚ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਮਨਾਂ 'ਤੇ, ਸਾਡੇ ਮਨ ਉਹਨਾਂ ਦੇ ਚਰਨਾਂ ਵਿੱਚ ਲੱਗੇ ਰਹਿਣ, ਉਹਨਾਂ ਦੇ ਹੁਕਮਾਂ ਵਿੱਚ ਚੱਲਦੇ ਰਹਿਣ, ਕਿਸੇ ਵੀ ਤਰੀਕੇ ਦੀ ਸਾਡੇ ਤੋਂ ਅਵੱਗਿਆ ਨਾ ਹੋਵੇ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ।